Chronicles, ਉਹਦਾ 24 ਅਧਿਆਏ chapter ਉਹਦੀ 24 15 ਪੜ੍ਹ ਕੇ ਲਿਖਿਆ ਹੈ। and 15 verse. ਤੁਹਾਨੂੰ ਇੱਥੇ ਗੱਲ ਮਿਲੇਗੀ। You'll find something here. ਕਦੋਂ ਦੁਆਵਾਂ ਰੱਦ ਹੁੰਦੀਆਂ? When our prayers are rejected, ਕਦੋਂ ਆਦਮੀ ਨੂੰ ਜਵਾਬ ਨਹੀਂ ਆਉਂਦਾ। when people don't get answer, ਇਸ ਗੱਲ ਤੇ ਧਿਆਨ ਦੇਣਾ ਅੱਜ। we'll pay attention to ਇਸ this. ਲਾਈਨ ਨੂੰ ਪੜਾਂਗੇ। We'll read this verse. ਹਾਂ, ਕੀ ਲਿਖਿਆ? ਯਹੋਯਾਦਾ ਬੁੱਢਾ ਤੇ ਸਮਾਂ ਪੂਰ ਹੋ ਕੇ ਚਲਾਣਾ ਕਰ ਗਿਆ। ਸੁਣੀਏ, ਯਹੋ ਜ਼ਿਆਦਾ ਵੱਡਾ ਬੁੱਢਾ ਤੇ ਸਮਾਂ ਕਰਕੇ ਹੋ ਗਿਆ, ਪੂਰਾ ਕਰਕੇ ਚਲਾਣਾ ਕਰ ਗਿਆ। ਚੱਲਣਾ ਕਰ ਗਿਆ। ਅਤੇ ਜਿਸ ਵੇਲੇ ਉਹ ਮੋਇਆ ਹਾਂ, ਤਾਂ ਉਹ 130 ਵਰਿਆਂ ਦਾ ਸੀ। ਇਹਦੀ ਉਮਰ 130 ਸਾਲ ਦੀ ਸੀ। ਉਹਨਾਂ ਨੇ ਉਹਨੂੰ ਦਾਊਦ ਦੇ ਸ਼ਹਿਰ ਵਿੱਚ ਪਾਤਸ਼ਾਹਾਂ ਦੇ ਵਿਚਕਾਰ ਦੱਬਿਆ। ਇਹਨੂੰ ਘਰ ਨਹੀਂ ਦੱਬਿਆ, ਇਹਨੂੰ ਪਾਤਸ਼ਾਹ ਦੇ ਸ਼ਹਿਰ ਵਿੱਚ ਦੱਬਿਆ। ਕਿਉਂ ਜੋ ਉਹਨੇ ਇਜ਼ਰਾਈਲ ਵਿੱਚ ਅਤੇ ਪਰਮੇਸ਼ਵਰ ਔਰ ਉਹਦੇ ਭਵਨ ਲਈ ਨੇਕੀ ਕੀਤੀ ਸੀ। ਇਹਨੇ ਇਸ ਵਿਅਕਤੀ ਨੇ ਪਰਮੇਸ਼ਰ ਦੇ ਲੋਕਾਂ ਲਈ ਤੇ ਉਹਦੇ ਭਵਨ ਲਈ ਕੀ ਕੀਤੀ ਸੀ? ਨੇਕੀ ਕੀਤੀ ਸੀ। ਨੇਕੀ ਕੀਤੀ। ਜਿਹੜੇ ਭਵਨ ਦੇ ਲਈ ਨੇਕੀ ਕਰਦੇ ਹਨ ਉਹ ਘਰਾਂ 'ਚ ਦੱਬੇ ਨਹੀਂ ਜਾਣਗੇ। ਉਹ ਉਹਨਾਂ ਦੀ ਤਸਵੀਰ ਆ ਕਿ ਉਹਨਾਂ ਨੂੰ ਅੱਛੀ ਜਗ੍ਹਾ ਤੇ ਜਾ ਕੇ ਦਫਨਾਇਆ ਜਾਵੇਗਾ, ਜਿਹੜੇ ਨੇਕੀ ਕਰਦੇ ਹਨ ਭਵਨ ਦੇ ਲਈ। ਔਰ ਯਹੋਯਾਦਾ ਦੇ ਮਰਨ ਦੇ ਮਗਰੋਂ ਹਾਂ, ਯਹੂਦਾ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਹਨਾਂ ਦੀ ਸੁਣੀ। ਹਾਂ, ਤਾਂ ਉਹਨਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਦੇ ਭਵਨ ਨੂੰ ਛੱਡ ਦਿੱਤਾ। ਉਹਨਾਂ ਨੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਜਿਹੜਾ ਉਹਦੇ ਭਵਨ ਨੂੰ ਕੀ ਕਰਤਾ? ਛੱਡ ਦਿੱਤਾ। ਔਰ ਫਿਰ ਅਤੇ ਟੁੰਡਾਂ ਅਰ ਬੁੱਤਾਂ ਦੀ ਪੂਜਾ ਕਰਨ ਲੱਗ ਪਏ। ਇਹਨਾਂ ਨੇ ਵੀ ਉਹੀ ਕੰਮ ਕੀਤਾ, ਇਹਨਾਂ ਨੇ ਵੀ ਪਾਪ ਕੀਤਾ। ਔਰ ਫਿਰ ਤਾਂ ਉਹਨਾਂ ਦੀ ਇਸ ਭੁੱਲ ਦੇ ਕਾਰਨ ਯਹੂਦਾ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ। ਜਿਹੜੇ ਮੂਰਤੀ ਪੂਜਕ ਫਿਰ ਮੂਰਤੀ ਪੂਜਕ ਚਲ ਜਾਂਦੇ ਹਨ, ਵਿਸ਼ਵਾਸੀ ਲੋਕ, ਉਹਨਾਂ ਤੇ ਪਰਮੇਸ਼ਰ ਦਾ ਕਹਿਰ ਰਹਿੰਦਾ ਹੈ। ਔਰ ਕੀ ਲਿਖਿਆ? ਤਾਂ ਵੀ ਯਹੋਵਾ ਨੇ ਉਹਨਾਂ ਦੇ ਕੋਲ ਨਬੀਆਂ ਨੂੰ ਘੱਲਿਆ ਹਾਂ, ਤਾਂ ਜੋ ਉਹ ਉਹਨਾਂ ਨੂੰ ਉਸ ਵੱਲ ਮੋੜ ਲਿਆਉਣ। ਫਿਰ ਵੀ ਪਰਮੇਸ਼ਰ ਨੇ ਤਰਸ ਖਾਦਾ ਕਿ ਮੇਰੇ ਲੋਕ ਚਲੇ ਗਏ ਨੇ, ਉਹ ਗਏ ਰੱਬ ਦੇ ਬੰਦੇ, ਉਹਨੂੰ ਮੋੜ ਲਿਆ। ਪਰਮੇਸ਼ਰ ਭੇਜਦਾ। ਔਰ ਫਿਰ ਅਤੇ ਉਹ ਉਹਨਾਂ ਨੂੰ ਚੇਤਾਵਨੀ ਦਿੰਦੇ ਰਹੇ, ਪਰ ਉਹਨਾਂ ਨੇ ਕੰਨ ਨਾ ਲਾਇਆ। ਅੱਜ ਵੀ ਇਦਾਂ ਹੀ ਹੈ। ਕਿਸੇ ਵਿਸ਼ਵਾਸੀ ਨੂੰ ਕਹੋ ਨਾ ਕਿ ਮੁੜ ਜਾ, ਤੂੰ ਰਹਿੰਦੇ ਯਾਰ, ਛੱਡ ਕੇ ਕਿਉਂ ਜਾਣਾ, ਉਹ ਕੰਨ ਨਹੀਂ ਲਾਏਗਾ ਕਦੀ। ਕਿਉਂ? ਇਸ ਯੁੱਗ ਦਾ ਈਸ਼ਵਰ ਉਹਦੇ ਅੰਦਰ ਪ੍ਰਵੇਸ਼ ਕਰ ਚੁੱਕਾ ਹੈ। ਉਹ ਪ੍ਰਵੇਸ਼ ਕਰ ਗਿਆ, ਉਹ ਵਾਪਸ ਨਹੀਂ ਆਏਗਾ ਕਦੀ ਵੀ, ਕਿਉਂਕਿ ਸ਼ੈਤਾਨ ਨੇ ਉਹਦੇ ਤੇ ਕੀ ਕਰ ਲਿਆ ਹੈ? ਕਬਜ਼ਾ ਕਰ ਲਿਆ। ਉਹਨੂੰ ਫੜ ਲਿਆ ਫੇਰ ਦੁਬਾਰਾ। ਉਹਦਾ ਹਾਲ ਕੀ ਹੋਵੇਗਾ? ਬਾਈਬਲ ਕੀ ਕਹਿੰਦੀ ਹੈ? ਪੜ੍ਹੀਏ ਕੀ ਲਿਖਿਆ? ਤਦ ਪਰਮੇਸ਼ਵਰ ਦਾ ਆਤਮਾ, ਤਦ ਪਰਮੇਸ਼ਰ ਦਾ ਪਵਿੱਤਰ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਹਾਂ ਜ਼ਕਰਿਆ ਉੱਤੇ ਉਤਰਿਆ। ਯਹੋਯਾਦਾ ਜਿਹੜਾ ਜਾਜਕ ਸੀ, ਉਹਦੇ ਪੁੱਤਰ ਜ਼ਕਰੀਆ ਤੇ ਪੁੱਤਰ ਆਤਮਾ ਉਤਰਿਆ। ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖਲੋ ਕੇ ਆਖਣ ਲੱਗਾ। ਉੱਚੇ ਥਾਂ ਖਲੋ ਕੇ ਨੇ ਕੀ ਕੀਤਾ? ਆਖਣ ਲੱਗਾ ਕਿ ਪਰਮੇਸ਼ਵਰ ਇਉਂ ਫਰਮਾਉਂਦਾ ਹੈ। ਸੁਣੀਏ, ਕਈ ਲੋਕੀ ਕਹਿੰਦੇ ਬੜਾ ਆਤਮਾ ਉਤਰਦਾ ਸਾਡੇ ਚਰਚ ਵਿੱਚ। ਇਦਾਂ ਹੀ ਮੈਂ ਸੁਣਦਾ, ਇਦਾਂ ਵੀ ਸੁਣਦਾ ਕਿ ਬਹੁਤ ਲੋਕ ਕਹਿੰਦੇ ਕਿ ਤੁਸੀਂ ਆ ਕੇ ਦੇਖੋ ਇੱਕ ਵਾਰੀ ਆਤਮਾ ਉਤਰਦਾ। ਆਤਮਾ ਉਤਰੇਗਾ। ਮੈਂ ਤੁਹਾਨੂੰ ਪੜ੍ਹਾਉਣਾ ਆ, ਜਿਹੜੇ ਕਹਿੰਦੇ ਨਾ ਆਤਮਾ ਉਤਰਦਾ, ਜਿੱਥੇ ਜਿੱਥੇ ਪਵਿੱਤਰ ਆਤਮਾ ਉਤਰਦਾ ਉੱਥੇ ਖੁਦਾ ਗੱਲ ਕਰਦਾ ਹੈ। ਬਾਈਬਲ ਪੜ੍ਹਨ ਵਾਲਿਓ ਧਿਆਨ ਸੁਣੀਏ, ਜਿੱਥੇ ਖੁਦਾ ਦਾ ਆਤਮਾ ਉਤਰਿਆ, ਬਾਈਬਲ 'ਚ ਜਿੱਥੇ ਵੀ ਉਤਰਿਆ ਉੱਥੇ ਖੁਦਾ ਨੇ ਉਤਰ ਕੇ ਕੀ ਕੀਤੀ ਹੈ? ਗੱਲ ਕੀਤੀ। ਔਰ ਕੀ ਲਿਖਿਆ? ਕਿ ਤੁਸੀਂ ਕਿਉਂ ਯਹੋਵਾ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ। ਇਹ ਪਵਿੱਤਰ ਆਤਮਾ ਉਤਰਿਆ, ਖੁਦਾ ਬੋਲਿਆ, ਤੁਸੀਂ ਪਰਮੇਸ਼ਰ ਦੇ ਵਚਨ ਦੀ ਕੀ ਕਰਦੇ ਹੋ? ਉਲੰਘਣਾ ਕਰਦੇ ਹੋ। ਉਲੰਘਣਾ ਕਰ ਰਹੇ ਹੋ। ਇਉਂ ਤੁਸੀਂ ਸਫਲ ਨਹੀਂ ਹੋ ਸਕਦੇ। ਜਿਹੜਾ ਬਾਈਬਲ ਨੂੰ ਸੁਣ ਕੇ ਨਹੀਂ ਮੰਨਦਾ ਉਹ ਕਦੀ ਵੀ ਸਫਲ ਨਹੀਂ ਹੋ ਸਕਦਾ, ਨਹੀਂ ਹੋਣਾ। ਜਿਹੜਾ ਵਚਨ ਨੂੰ ਨਹੀਂ ਮੰਨਦਾ ਦੁਆ ਕਰ ਜਾਂਦਾ, ਦੁਆਈ ਕਰੀ ਜਾਂਦਾ ਆ। ਤੂੰ ਕਰੀ ਆ ਸਾਰੀ ਜ਼ਿੰਦਗੀ ਦੁਆ। ਬਾਈਬਲ ਕਹਿੰਦੀ ਆ ਭੇਟਾ ਚੜਾਉਣ ਨਾਲੋਂ ਹੁਕਮ ਮੰਨਣਾ ਜ਼ਰੂਰੀ ਆ। ਅੱਜ ਲੋਕਾਂ ਦਾ ਸਿਸਟਮ ਉਲਟ ਹੋ ਗਿਆ ਬਾਈਬਲ ਤੋਂ। ਜਿੰਨੀ ਮਰਜ਼ੀ ਪ੍ਰੇਅਰ ਕਰ, ਤੂੰ ਬਾਈਬਲ ਨੂੰ ਮੰਨ, ਤੇਰੀ ਦੁਆ ਭਾਵੇਂ ਥੋੜੀ ਹੋਵੇ ਉਹ ਪ੍ਰਭਾਵਸ਼ਾਲੀ ਹੋਵੇਗੀ। ਇਹਨੇ ਕੀ ਕੀਤਾ? ਹਾਂ ਪੜ੍ਹੀਏ। ਕਿਉਂ ਜੋ ਤੁਸੀਂ ਯਹੋਵਾ ਨੂੰ ਛੱਡ ਦਿੱਤਾ ਹੈ। ਤੁਸੀਂ ਜਿਹੜੇ ਪਰਮੇਸ਼ਰ ਦੇ ਵਚਨ ਦੀ ਗੱਲ ਨਹੀਂ ਮੰਨੀ, ਉਹਨੇ ਖੁਦਾ ਨੂੰ ਕੀ ਕਰ ਦਿੱਤਾ? ਛੱਡ ਦਿੱਤਾ। ਤੁਹਾਡੇ ਚੋਂ ਕਿੰਨਿਆਂ ਨੇ ਛੱਡਿਆ ਹੋਇਆ? ਉਹ ਗੱਲ ਹੀ ਨਹੀਂ ਮੰਨਦੇ ਪ੍ਰਭੂ ਦੀ। ਦੁਆ ਕਰਦੇ ਆ ਕੇ, ਸਫਾਈਆਂ ਵੀ ਕਰਦੇ ਆ ਚਰਚ 'ਚ ਆ ਕੇ, ਪਰ ਪਰਮੇਸ਼ਰ ਦੀ ਗੱਲ ਨਹੀਂ ਮੰਨਦੇ। ਇਹਨਾਂ ਨੂੰ ਖੁਦਾ ਨੇ ਛੱਡਿਆ ਹੋਇਆ। ਚਾਹੇ 2 ਘੰਟੇ ਦੁਆ ਕਰੋ, 2.5 ਘੰਟੇ ਕਰੋ, 3 ਕਰੋ, 5 ਕਰੋ,
ਜੇ ਤੂੰ ਹੁਕਮ ਹੀ ਨਹੀਂ ਮੰਨਿਆ ਖੁਦਾ ਨੇ ਤੈਨੂੰ ਛੱਡ ਦਿੱਤਾ ਹੀ। ਬਾਈਬਲ ਕਹਿੰਦੀ ਹੈ ਅੱਗੇ ਕੀ ਲਿਖਿਆ, ਅਤੇ ਉਸਨੇ ਵੀ ਤੁਹਾਨੂੰ ਛੱਡ ਦਿੱਤਾ ਹੈ। ਜੇ ਤੁਸੀਂ ਉਹਦੇ ਵਚਨ ਨੂੰ ਨਹੀਂ ਮੰਨਿਆ ਤੇ ਤੁਸੀਂ ਉਹਨੂੰ ਛੱਡ ਦਿੱਤਾ ਤੇ ਖੁਦਾ ਕਹਿੰਦਾ ਤੇ ਮੈਂ ਵੀ ਤੁਹਾਨੂੰ ਕੀ ਕਰਤਾ, ਛੱਡ ਦਿੱਤਾ। ਤੇ ਫਿਰ ਦੁਆ ਕਿੱਥੇ ਜਾਏਗੀ? ਕਿਸੇ ਨੂੰ ਪਤਾ ਨਹੀਂ ਕਿ ਮੈਨੂੰ ਛੱਡਿਆ ਹੋਇਆ ਜਾਂ ਮੈਨੂੰ ਖੁਦਾ ਨੇ ਫੜਿਆ ਹੋਇਆ। ਇਦਾਂ ਪੁੱਤਰ ਆਤਮਾ ਉਤਰਿਆ ਯਹੋਜ਼ਾਦਾ ਦੇ ਪੁੱਤਰ ਦੇ ਉੱਤੇ ਤੇ ਲਿਖਿਆ ਉਹਨੇ ਖੁਦਾ ਚੋ ਕੇ ਬੋਲਿਆ, ਉਹਨੇ ਇਹ ਗੱਲ ਕੀਤੀ ਕਿ ਤੁਸੀਂ ਮੇਰੇ ਵਚਨ ਦੀ ਕੀ ਕੀਤੀ ਆ, ਉਲੰਘਣਾ ਕੀਤੀ, ਉਲੰਘਣਾ ਕੀਤੀ ਆ ਔਰ ਤੁਸੀਂ ਮੈਨੂੰ ਛੱਡ ਦਿੱਤਾ ਤੇ ਮੈਂ ਵੀ ਤੁਹਾਨੂੰ ਛੱਡ ਦਿੱਤਾ। ਇਧਰ ਸੁਣੀਏ, ਖਿਆਲਾਂ ਦੁਆ 'ਚ ਨਾ ਬੈਠਿਓ। ਮੈਂ ਤੁਹਾਨੂੰ ਕਹਿੰਦਾ ਨਾ ਬੈਠਿਓ, ਖੁਦਾ ਪ੍ਰੇਰ ਕਰੇ। ਪਹਿਲਾਂ ਇਹ ਮਨ ਬਣਾਈਓ ਕਿ ਮੈਂ ਖੁਦਾ ਦੇ ਹੁਕਮ 'ਚ ਚੱਲਣਾ ਜਾਂ ਨਹੀਂ ਚੱਲਣਾ। ਜਿਲੇ ਇਹ ਤੁਹਾਡਾ ਮਨ ਬਣੇਗਾ ਮੈਂ ਚੱਲਣਾ ਤੇ ਫਿਰ ਦੁਆ 'ਚ ਬਹਿ ਜਾਈਂ ਤੇ ਤੇਰੀ ਦੁਆ ਦਾ ਜਵਾਬ ਆ ਜਾਏਗਾ। ਇਹ ਬਾਈਬਲ ਦੀ ਗੱਲ ਆ। ਫਿਰ ਬਹਿ ਜੀ ਤੇ ਜਵਾਬ ਆਏਗਾ। ਤੁਹਾਨੂੰ ਪਤਾ ਦੂਸਰੀ ਗੱਲ ਖੁਦਾ ਨੇ ਕੀਤੀ। ਦੂਸਰੀ ਗੱਲ, ਜਿਸਲੇ ਅਸੀਂ ਉਤਪਤੀ ਦੀ ਕਿਤਾਬ ਪੜ੍ਹਦੇ ਹਾਂ, ਪੈਦਾਇਸ਼ ਰਾਜੇ ਉਤਪਤੀ ਦੀ ਪੁਸਤਕ, Book of Genesis. ਪੈਦਾਇਸ਼ ਦੀ ਕਿਤਾਬ, ਉੱਥੇ ਕੀ ਲਿਖਿਆ ਹੈ? What is written there? ਕੀ ਲਿਖਿਆ? What is written? ਆਦਮ ਨੇ ਕੀ ਕੀਤਾ? What did Adam say? ਆਦਮ ਨੇ ਕੀ ਕੀਤਾ? What did ਤੇ Adam? ਖੁਦਾ ਨੇ ਆਦਮ ਨੂੰ ਕੀ ਕੀਤਾ? And what did God said to Adam? ਖੁਦਾ ਨੇ ਕੀ ਕੀਤਾ? What did God say? ਆਦਮ, Adam, ਇਸ ਫਲ ਤੋਂ ਤੂੰ ਨਹੀਂ ਖਾਣਾ, do not eat from this tree. ਇਥੋਂ ਖਾਈ ਨਾ। Do not eat. ਜਿੱਦਣ ਤੂੰ ਖਾਏਂਗਾ The day you eat, ਤੂੰ ਮਰ ਜਾਏਂਗਾ। you will die. ਤੂੰ ਦਰਖਤ ਦੇ ਸਾਰੀਆਂ ਜੰਗਲ ਇਹ ਤੋਂ ਚੀਜ਼ਾਂ ਤੂੰ ਖਾ ਸਕਦਾ ਸੀ ਬਾਟਕਾ ਚੋਂ, You can eat whatever fruit you want, ਪਰ ਜਿਹੜਾ ਇਹ ਦਰਖਤ ਆ but from this tree, ਇਹ ਚੋਂ ਨਾ ਖਾਈ। do not eat. ਉਹਨੇ ਕੋਈ ਪਾਪ ਨਹੀਂ ਕੀਤਾ। He didn't commit any sin. ਕੀ ਪਾਪ ਕੀਤਾ ਉਹਨੇ? What was the sin? ਲੋਕੀ ਕਹਿੰਦੇ ਕਿ ਉਹਨੇ ਉਹ ਆਦਮ ਕੋ ਪਾਪ ਹੋ ਗਿਆ। People say that Adam. ਮੈਂ ਦੱਸਦਾ I tell you. ਉਹਦਾ ਪਾਪ ਕੀ ਆ। What was his sin? ਹੁਕਮ ਨਾ ਮੰਨਣਾ ਹੀ ਖੁਦਾ ਦਾ ਪਾਪ ਆ। Disobedience is the sin. ਹੁਕਮ ਨਾ ਮੰਨਣਾ ਹੀ ਪਾਪ ਆ। Disobedience is the sin. ਫਲ ਖਾਣਾ ਕੋਈ ਏਡੀ ਗੱਲ ਨਹੀਂ ਹੈ। It's not a great. ਫਲ ਕੋਈ ਏਡੀ ਵੱਡੀ ਗੱਲ ਨਹੀਂ ਸੀ। That fruit wasn't a great thing. ਹੁਕਮ ਨਾ ਮੰਨਣਾ ਵੱਡੀ ਗੱਲ ਸੀ। But disobedience was. ਖੁਦਾ ਆਪਣੇ ਵਚਨ ਦੇ ਵਿੱਚ ਜਿਹੜੇ ਰਹਿੰਦੇ ਹਨ Those who abide in the ਖੁਦਾ word, ਉਹਨਾਂ ਦੇ ਵਿੱਚ ਰਹਿੰਦਾ ਹੈ। Lord abides in them. ਇਸੇ ਕਰਕੇ ਯੋਹਨਾ ਜੀ ਚ ਲਿਖਿਆ, Therefore, written in the book of ਜੇ John, ਮੇਰੀਆਂ ਗੱਲਾਂ ਤੁਹਾਡੇ ਚ ਰਹਿਣ। if you ਇਹ abide ਯੋਹਨਾ 15 ਚੈਪਟਰ ਲਿਖਿਆ in the book of ਹੈ ਨਾ। chapter ਜੇ 15, ਤੁਸੀਂ ਮੇਰੇ ਵਿੱਚ ਰਹੋ, if you abide in ਮੈਂ me, ਤੁਹਾਡੇ ਵਿੱਚ। my words abide in ਇਹ you. ਲਿਖਿਆ ਜੇ ਤੁਸੀਂ ਮੈਨੂੰ ਛੱਡ ਦੋਗੇ If you forsake ਤੇ me, ਮੈਂ ਵੀ ਤੁਹਾਨੂੰ। I will also forsake ਉਹ you. 15 ਤੇ ਲਿਖਿਆ ਜੋ ਚਾਹੋ ਤੁਹਾਡੇ ਲਈ, Whatever you ask will ਹੋ be ਜਾਏਗਾ। done. Will be ਪਰ done. ਹੁੰਦਾ ਨਹੀਂ। But it doesn't happen. ਵਿਸ਼ਵਾਸੀ ਕਹਿੰਦਾ ਦੁਆ ਬੜੀ ਕਰਦੇ ਆ, Believer says, I pray. a ਭਾਜੀ lot. ਵਰਤ ਵੀ ਰੱਖਦੇ ਆ, Brother, we also ਪਤਾ fast. ਨਹੀਂ ਕਿਉਂ ਨਹੀਂ ਹੁੰਦਾ। But we don't know why it's happened. ਇਸੇ ਗੱਲ ਤੇ ਵਿਸ਼ਵਾਸੀ ਫਸਿਆ ਹੋਇਆ। And there is the. ਤੇਰਾ ਖੁਦਾ ਕੀ ਚਾਹੁੰਦਾ ਤੇਰੇ ਤੋਂ? What does your God ਉਹ want? ਤੇਰੇ ਤੋਂ ਆਪਣੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਚਾਹੁੰਦਾ। He wants obedience from you. ਆਦਮ ਕੋ ਇਹੀ ਗਲਤੀ ਹੋਈ ਹੈ। This was the mistake. ਇਹੀ ਗਲਤੀ ਹੋਈ ਆ। This was the mistake of Adam. ਉਹਨੇ ਪਰਮੇਸ਼ਰ ਦਾ ਹੁਕਮ ਤੋੜ ਦਿੱਤਾ। That he disobeyed God. ਜਿਹੜੇ ਹੁਕਮ ਟੁੱਟਾ, And when he disobeyed, ਖੁਦਾ ਤੋਂ ਅਲੱਗ ਹੋ ਗਿਆ। God departed from ਅੱਜ him. ਬਿਨਾਂ ਖੁਦਾ ਤੋਂ ਲੋਕ ਪ੍ਰੇਰ ਕਰ ਰਹੇ ਨੇ। And without God, people. ਖੁਦਾ ਉਹਨਾਂ ਦੇ ਨਾਲ ਨਹੀਂ ਆ। God is not with ਪ੍ਰੇਰ ਹੀ them. ਪ੍ਰੇਰ ਆ। It's just prayer. ਬਹੁਤੇ ਲੋਕਾਂ ਦੀ ਪ੍ਰੇਰ ਆ। Many people pray. ਪ੍ਰੇਰ They just pray. ਪ੍ਰੇਰ, Just prayer. ਉਹਦਾ ਜਵਾਬ ਕੋਈ ਨਹੀਂ। There is no answer. ਜਦੋਂ ਤੂੰ ਇਹ ਫੈਸਲਾ ਲਏਂਗਾ, The day you decide, ਪ੍ਰਭੂ this, ਜੀ ਮੇਰੇ ਪਾਪ ਦੇ ਕਰਕੇ ਜਵਾਬ ਨਹੀਂ ਹੈ Lord, because of my sin, I'm not ਤੇ getting ਮੈਂ answer. ਪ੍ਰਾਸ਼ਚਿਤ ਕਰਦਾ। And I want to repent. ਅੱਜ ਇੱਕ ਫੈਸਲਾ ਕਰਦਾ ਹੈ, Let's decide one ਜੋ thing. ਪਿੱਛੇ ਹੋਇਆ Whatever happened in the ਉਹ past, ਨਹੀਂ ਹੋਏਗਾ। it won't happen now. ਉਹਦੇ ਲਈ ਮੈਂ ਪ੍ਰਾਸ਼ਚਿਤ ਕਰਨਾ। And I repent for ਮੈਨੂੰ it. क्षमा ਕਰ। Forgive me. ਅੱਜ ਤੋਂ ਬਾਅਦ From now ਮੈਂ onwards, ਤੇਰੇ ਵਿਧੀਆਂ ਤੇ ਹੁਕਮਾਂ ਦੀ ਪਾਲਣਾ ਕਰੂੰਗਾ। I will walk in your obedience. ਇਹ ਗੱਲ ਵਸਥਾ 28 ਚੈਪਟਰ ਲਿਖੀ ਹੈ। It's written in the book of. ਜਿਹੜੇ 28 ਚੈਪਟਰ ਪਹਿਲੀ ਹੱਥ ਪੜ੍ਹਦੇ ਨਾ, When we read chapter 1, ਉੱਥੇ ਇੱਕ ਗੱਲ ਕਹੀ ਖੁਦਾ ਨੇ। God said one ਪੜੋ thing. ਕੀ ਲਿਖਿਆ, ਕੀ ਲਿਖਿਆ 28 ਚੈਪਟਰ ਵਸਥਾ 28 ਕੀ ਲਿਖਿਆ। ਇਹੀ ਤਾਂ ਯਿਸੂ ਮਸੀਹ ਸਾਨੂੰ ਸਿਖਾਉਣਾ ਚਾਹੁੰਦਾ ਹੈ। ਇਸੇ ਗੱਲ ਤੋਂ ਵਿਸ਼ਵਾਸੀ ਬਾਹਰ ਹੋਇਆ ਪਿਆ ਆ, ਸਿਰਫ ਦੁਆ ਕਰ ਰਿਹਾ। ਕਦੀ ਸਫਰ ਨਹੀਂ ਹੋਣਾ ਤੁਸੀਂ। ਮੈਂ ਦੱਸਣਾ ਤੁਹਾਨੂੰ, ਮੈਂ ਜਿਹੜੇ ਮਰਜ਼ੀ ਚਰਚ ਚਲ ਜਾਓ, ਚਰਚ ਬਦਲ ਲਓ, ਖੁਦਾ ਆਪਣੇ ਵਚਨ ਦਾ ਪੱਕਾ ਖੁਦਾ ਆ। ਬਾਈਬਲ 'ਚ ਲਿਖੋ ਅੱਜ ਉੱਤੇ ਕੱਲ ਇੱਕੋ ਜਿਹਾ। ਤੇਰੀ ਅੱਜ ਫੋਟੋ ਕੁਛ ਹੋਰ ਆ, ਕੱਲ ਨੂੰ ਹੋਰ ਆ, ਤੇਰਾ ਪਤਾ ਨਹੀਂ ਤੂੰ ਚੱਲਣਾ ਨਹੀਂ ਚੱਲਣਾ। ਬਾਈਬਲ ਚੱਲਣ ਵਾਲਿਆਂ ਦੇ ਨਾਲ ਰਹਿੰਦਾ ਆ। ਬਾਈਬਲ ਇਹ ਕਹਿੰਦੀ। ਇਹ ਮਤਲਬ ਹੋਰ ਟੱਚ ਕਰਾਉਣੇ ਕੀ ਲਿਖਿਆ, ਆ ਪੜ੍ਹੀਏ। ਪਰਮੇਸ਼ਰ ਦੇ ਮੰਨਣ ਦੀਆਂ ਬਰਕਤਾਂ ਪਰਮੇਸ਼ਰ ਦੇ ਮੰਨਣ ਦੀਆਂ ਬਰਕਤਾਂ ਅਤੇ ਪਰਮੇਸ਼ਰ ਤੋਂ ਬੇਮੁਖ ਹੋਣ ਤੇ ਪਰਮੇਸ਼ਰ ਸ਼ਰਾਪ। ਦੇ ਹੁਕਮ ਨਾ ਮੰਨਣ ਦੇ ਸ਼ਰਾਪ। ਔਰ
ਤਾਂ ਇਉਂ ਹੋਵੇਗਾ ਹਾਂ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਸੁਣੋਗੇ ਤੇ ਅੰਦਰ ਜਾਏਗਾ ਕਲਾਮ। ਕਈ ਤਾਂ ਸੁਣਦੇ ਵੀ ਨਹੀਂ ਹਨ, ਉਹਨਾਂ ਦਾ ਧਿਆਨ ਇੱਥੇ ਬੈਠੇ ਹੁੰਦੇ, ਜਾਂਦੇ ਕਿਤੇ ਹੋਰ ਹੀ ਹੁੰਦਾ, ਕਿਤੇ ਸੰਡੇ ਚਰਚ ਅਟੈਂਡ ਕਰਕੇ ਚਲੇ ਜਾਂਦੇ ਵਾਪਸ। ਜੇ ਤੁਸੀਂ ਉਹਦੇ ਕੀ ਕਰੋਗੇ, ਤਾਂ ਇਉਂ ਹੋਵੇਗਾ ਹਾਂ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਗੱਲ ਫਿਰ ਪੂਰਾ ਉੱਥੇ ਹੀ ਆ, ਕਰੋ। ਗੱਲ ਉੱਥੇ ਹੁਕਮ ਦੀ ਪਾਲਣਾ ਕਰਨੀ ਹੈ, ਹੁਕਮ ਦੀ। ਜਦੋਂ ਹੁਕਮ ਦੀ ਪਾਲਣਾ ਹੀ ਨਹੀਂ ਕਰਨੀ ਤੇ ਦੁਆ ਕਿੱਥੋਂ ਖੁਦਾ ਨੇ ਸੁਣਨੀ? ਤੇਰਾ ਵਰਤ ਵੀ ਖਤਮ ਆ, ਤੇਰਾ ਸਭ ਕੁਝ ਖਤਮ ਆ। ਇਹਨੂੰ ਖਿਆਲ ਨਾਲ ਸੁਣੋ। ਹੁਕਮ ਦੀ ਪਾਲਣਾ ਕੌਣ ਕਰਦਾ? ਹੁਕਮ। ਜਿਹੜਾ ਬੰਦਾ ਹੁਕਮ ਕਰਦਾ ਖੁਦਾ ਉਹਦੇ ਨਾਲ ਰਹਿੰਦਾ ਹੈ। ਬਾਈਬਲ ਕਹਿੰਦੀ ਜੇ ਤੁਸੀਂ ਮੇਰੇ ਕੀ ਕਰੋਗੇ, ਬੱਚਾ ਸੁਣੋਗੇ, ਧਿਆਨ ਨਾਲ ਸੁਣੋਗੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਕੇ ਮੇਰੇ ਵਚਨ ਦੀ ਪਾਲਣਾ ਕਰੋਗੇ, ਪੂਰਾ ਕਰੋਗੇ, ਪੂਰਾ ਕਰੋਗੇ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਜਿਨ੍ਹਾਂ ਦਿੰਦਾ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੇ ਯਹੋਵਾ ਤੇਰਾ ਖੁਦਾ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਤੇਰਾ ਖੁਦਾ ਤੈਨੂੰ ਉੱਚਾ ਕਰਨਾ ਚਾਹੁੰਦਾ ਹੈ। ਤੂੰ ਹੁਕਮ ਮੰਨਣਾ ਨਹੀਂ। ਤੂੰ ਪਹਿਲਾਂ ਵੀ ਜਿਲੇ ਮਸੀਹ ਵਿੱਚ ਆਇਆ, ਤੇਰਾ ਘਰ ਪਹਿਲਾਂ ਵੀ ਉਦਾਂ ਹੀ ਸੀ, ਅੱਜ ਵੀ ਉਦਾਂ ਹੀ ਹੈ। ਪਹਿਲਾਂ ਵੀ ਤੂੰ ਉਹੀ ਟੁੱਟੇ ਜਿਹੇ ਘਰ 'ਚ ਰਹਿੰਦਾ ਸੀ ਤੇ ਅੱਜ ਵੀ ਉੱਥੇ ਹੀ ਆ। ਪਹਿਲਾਂ ਵੀ ਚੀਜ਼ਾਂ ਉਹੀ ਸੀ ਤੇ ਅੱਜ ਵੀ ਉਹੀ ਆ। ਪਹਿਲਾਂ ਵੀ ਬਿਮਾਰੀ ਖੜੀ ਸੀ ਤੇ ਅੱਜ ਵੀ ਖੜੀ ਆ ਉੱਥੇ ਹੀ। ਸ਼ੈਤਾਨ ਨੇ ਜਿਹੜੇ ਕੰਮ ਛੱਡੇ ਹੁੰਦੇ ਨਾ, And whatever Satan left, ਫੇਰ ਦੁਬਾਰਾ ਉੱਥੇ ਲੈ ਕੇ ਜਾਂਦਾ। he takes you back. ਜਿਹੜੇ ਕੰਮ ਛੱਡੇ ਹੁੰਦੇ ਆ Whatever you have left, ਫਿਰ ਉੱਥੇ ਤੈਨੂੰ ਲੈ ਕੇ ਜਾਏਗਾ। Satan takes you back. ਜਿਹੜੀ ਸ਼ਰਾਬ ਛੱਡੀ ਹੁੰਦੀ ਨਾ, And the drink that you ਕਦੀ left, ਕਦੀ ਮਨ ਕਰ ਆ ਜਾਂਦਾ ਦੇਖ ਕੇ ਯਾਰ, ਫਿਰ ਨਹੀਂ ਯਾਰ, ਮਨ ਆ ਜਾਂਦਾ sometimes you feel the urge ਕਿ ਪੀ ਲਾ। to drink it. ਜਿਹੜੀ ਸਿਗਰਟ ਛੱਡੀ ਹੁੰਦੀ ਫੇਰ ਕੇਰੀ ਮਨ ਆ ਜਾਂਦਾ। And the smoking that you'll quit, you ਜਿਹੜੀ feel. ਗਰਲਫ੍ਰੈਂਡ ਛੱਡੀ ਹੁੰਦੀ ਕਈ ਵਾਰੀ ਯਾਦ ਆ ਜਾਏ, ਕਈ ਵਾਰੀ ਫੋਨ ਕਰਨ ਨੂੰ ਮਨ ਗੱਲ ਕਰਦਾ ਆ। And the girlfriend that you left sometime, ਜਿਹੜਾ ਬॉयਫ੍ਰੈਂਡ ਛੱਡਿਆ ਹੁੰਦਾ ਕਿ ਦਿਲ ਕਰਦਾ ਕਿ ਉਹਨਾਂ ਮੈਂ ਗੱਲ ਕਰਾਂ, and the boyfriend that you left, sometimes you feel like talking to him. ਆ ਜਾਂਦਾ ਮਨ ਵਿੱਚ, It happens. ਆ ਜਾਂਦਾ। It happens. ਆਂਦੀਆਂ ਗੱਲਾਂ ਪਤਾ ਕਿਉਂ ਆਂਦੀਆਂ? ਫਿਰ ਉਤਪਤੀ ਹੁੰਦੀ ਆ ਮਨ 'ਚ ਦੁਆਰਾ। That the things arise in our mind again. ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਅਸੀਂ ਜਦ ਤੱਕ ਸਰੀਰ ਵਿੱਚ ਇਹ ਗੱਲਾਂ ਆਉਂਦੀਆਂ ਰਹਿਣੀਆਂ। As long as we are in this body, we'll feel these ਪਰ ਜਿਹਨੇ things. ਜਗ੍ਹਾ ਦਿੱਤੀ, But once you give the space, ਉਹਦੀ ਪ੍ਰਾਰਥਨਾ ਖਤਮ, and then your prayers are finished, ਉਹਦਾ ਕਲਾਮ ਖਤਮ, ਵਚਨ ਖਤਮ, ਉਹਦਾ his word is finished, ਪਵਿੱਤਰਤਾ ਖਤਮ, his holiness is gone, ਸਭ ਕੁਝ ਖਤਮ। everything is gone. ਜੇ ਪੁਰਾਣੀ ਜ਼ਿੰਦਗੀ 'ਚ ਨਾ ਗਿਆ, If you do not enter into your past, ਫਿਰ ਤੇਰਾ ਖੁਦਾ ਤੇ ਨਾਲ ਖੜਾ ਆ, and then your God stands with ਫਿਰ you, ਤੇਰਾ ਪਰਮੇਸ਼ਰ ਤੇ ਨਾਲ ਖੜਾ ਆ। and then your God accompanies you. ਇਹ ਬਾਈਬਲ ਦੀ ਗੱਲ ਆ। It is according to ਮੈਂ Bible. ਤੁਹਾਨੂੰ ਕਿੰਨੇ ਲੋਕਾਂ ਦੀਆਂ ਫੋਟੋ ਦਿਖਾ ਸਕਦਾ। I can show you many photos. ਤੁਸੀਂ ਵੀ ਬਾਈਬਲ ਪੜ੍ਹੀ ਆ You have also read ਤੇ Bible. ਮੈਂ ਵੀ ਪੜ੍ਹਦਾ ਆ। I do read. ਮੈਂ ਤੁਹਾਨੂੰ ਦਿਖਾ ਸਕਦਾ। I can show you. ਉਹ ਛੱਡ ਕੇ ਆਏ ਸੀ, They left ਫਿਰ ਪਿੱਛੇ ਚਲੇ ਗਏ। and they turned back, ਇੱਕ ਔਰਤ ਵੀ ਪਿੱਛੇ ਚਲੀ ਗਈ। and there was a lady who turned back. ਤੁਹਾਨੂੰ ਪਤਾ Do you know? ਕਿ ਕਿਹੜੀ ਔਰਤ ਪਿੱਛੇ ਚਲੀ ਗਈ? ਇੱਕ ਔਰਤ ਫਿਰ ਪਿੱਛੇ ਗਈ। And one lady who turned ਕੌਣ back. ਸੀ? Who was she? ਕੌਣ ਸੀ? ਇਹੀ ਫਰਕ ਆ ਤੁਹਾਡਾ ਮੇਰਾ ਬਾਈਬਲ ਪੜ੍ਹਨ ਦਾ। ਬਾਈਬਲ ਕਹਿੰਦੀ ਨਮਕ ਦਾ ਖੰਭਾ ਬਣ ਗਈ। ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਦਾ। ਉਹ ਨਮਕ ਦਾ ਕੀ ਬਣ ਗਈ? Kamba. ਪਤਾ ਕੀ ਸੀ? Bible. ਉਹ ਪਿੱਛੇ ਦੇਖਦੀ ਸੀ। ਕੀ ਦੇਖਦੀ ਸੀ? ਕਈ ਵਾਰੀ ਸਾਡੀਆਂ ਪੁਰਾਣੀ ਜ਼ਿੰਦਗੀ ਜਿਹੜੀ ਆ, ਉਹ ਫਿਰ ਕਈ ਵਾਰੀ ਆ ਕੇ ਪ੍ਰਭੂ 'ਚ ਫਿਰ ਅਸੀਂ ਪਿੱਛੇ ਨੂੰ ਕੀ ਕਰਦੇ ਹਾਂ? ਬੋਲੋ ਕੀ ਕਰਦੇ ਹਾਂ? You turned back. ਇਹੀ ਤੇਰੀਆਂ ਪ੍ਰਾਰਥਨਾ 'ਚ ਵਾਧਾ ਹੈ। ਇਹੀ ਤੇਰਾ ਰੋਜ਼ਾ ਖਤਮ ਆ, ਇਹੀ ਤੇਰਾ ਕਲਾਮ ਖਤਮ ਆ, ਇਹੀ ਤੇਰੀ ਭਗਤੀ ਖਤਮ ਆ। ਖੁਦਾ ਤੇਰੇ ਨਾਲ ਨਹੀਂ, ਖੁਦਾ ਉਹਨਾਂ ਦੇ ਨਾਲ ਆ। ਜਿਹੜੀ ਗੱਲ ਯਿਸੂ ਮਸੀਹ ਜਿਹੜਾ ਸਭ ਕੁਝ ਛੱਡ ਕੇ, ਬੋਲੋ ਕਿਹਦੇ ਪਿੱਛੇ ਆਵੇ? ਖੁਦਾ ਉਹਦੇ ਨਾਲ ਆ। ਜਿਹੜਾ ਸਭ ਕੁਝ ਛੱਡ ਕੇ ਉਹਦੇ ਪਿੱਛੇ ਹੈ, ਯਿਸੂ ਮਸੀਹ ਉਹਦੇ ਨਾਲ ਆ। God is with him who leaves everything for God. ਤੁਸੀਂ ਛੱਡਿਆ, You left, ਫਿਰ ਪਿੱਛੇ ਜਾ ਰਹੇ। but you are turning back. ਇੱਕ ਦਿਨ ਪਾਦਰੀ ਸਾਹਿਬ ਨੇ ਗੱਲ ਦੱਸੀ, And once pastor said, ਜਿਹੜੇ ਪਾਰਸਲ 'ਚ ਡਾਲੇ ਗਏ ਸੀ। and the pastor who came to Jadiala, ਕਹਿੰਦੇ ਕੁਝ ਸਮੇਂ ਮੈਂ ਅੱਛਾ ਮੇਰਾ ਜੀਵਨ ਰਿਹਾ, and he said my life was really ਫਿਰ good. ਪੁਰਾਣੀ ਜ਼ਿੰਦਗੀ। And the old life, ਕਹਿੰਦੇ ਇੱਕ ਦਿਨ ਮੈਂ ਸੋਚਿਆ ਯਾਰ ਪੁਰਾਣੀ ਜ਼ਿੰਦਗੀ 'ਚ ਕਦੀ ਜਾਣਾ ਚਾਹੀਦਾ ਹੈ।
I thought of going back to previous ਜਿਹੜੇ life. ਰਾਤ ਨੂੰ ਕਹਿੰਦਾ ਮੈਂ ਪਿਆ ਲੰਮੇ When I lie down on my bed, ਇੱਕ ਚਪੇੜ ਪਈ ਮੂੰਹ ਤੇ I got a slap on my cheek. ਕਹਿੰਦਾ ਮੁੜ ਕੇ ਘਬਰਾ ਕੇ ਉੱਠ ਕੇ ਖੜਾ ਹੋ ਗਿਆ I woke up and I ਇਹ got, ਪਾਦਰੀ ਸਾਹਿਬ ਨੇ ਗੱਲ ਦੱਸੀ ਉਦੋਂ and pastor said this thing. ਕਹਿੰਦਾ ਮੈਂ ਕਿਹਾ ਸ਼ੈਤਾਨ ਨੇ ਮਾਰੀ ਹੈ And I thought it was Satan. ਸ਼ੈਤਾਨ ਨੇ ਮਾਰੀ ਹੈ It was Satan who slapped. ਪਰ ਕਹਿੰਦਾ ਮੈਨੂੰ ਖੁਦਾ ਨੇ ਉਸੇ ਲਈ ਇੱਕ ਆਵਾਜ਼ ਆਈ But that time I heard a voice from ਇਹ God. ਸ਼ੈਤਾਨ ਦੀ ਨਹੀਂ ਹੈ It's not from ਇਹ Satan. ਮੈਂ ਤੈਨੂੰ ਬੰਦਾ ਬਣਾਉਣ ਲਈ ਮਾਰੀ ਹੈ। It's me. ਕਹਿੰਦਾ ਫੇਰ ਮੈਂ ਪਛਤਾਪ ਕੀਤਾ And then he said, I again repented. ਮੈਂ ਕਿਹਾ ਪ੍ਰਭੂ ਨਹੀਂ ਸੰਸਾਰ 'ਚ ਨਹੀਂ ਜਾਣਾ Lord, I don't want to enter into world. ਬਾਈਬਲ ਕੀ ਕਹਿੰਦੀ ਹੈ What does Bible say? ਜਿਹੜਾ ਸੰਸਾਰ ਨਾਲ ਮੋਹ ਕਰਦਾ The one who loves this world, ਉਹ ਮੌਤ ਨੂੰ ਪੈਦਾ ਕਰ ਰਿਹਾ ਹੈ he gives birth to death. ਇਹ ਗੱਲ ਯੋਹੰਨਾ ਦੀ ਪੱਤਰੀ 'ਚ ਲਿਖੀ ਹੈ ਪਹਿਲੀਆਂ ਪੱਤਰੀ 'ਚ It's written in the book of Epistle of ਸ਼ਾਇਦ 2 John. ਚੈਪਟਰ 'ਚ ਲਿਖਿਆ ਹੋਣਾ ਜਾਂ 4 ਚੈਪਟਰ ਲਿਖਿਆ ਹੋਣਾ ਕਹਿੰਦਾ ਜਿਹੜਾ ਸੰਸਾਰ ਨਾਲ ਪਿਆਰ ਕਰ ਸੰਸਾਰ ਸੇ ਪਿਆਰ ਕਰਤਾ ਲਿਖਿਆ ਮੌਤ ਦੇ ਨਾਲ ਪਿਆਰ ਕਰਦਾ ਹੈ Friendship with this world means enmity with God. ਜਿਹੜਾ ਯਿਸੂ ਨਾਲ ਪਿਆਰ The ਕਰਦਾ one who loves ਉਹ Jesus, ਜ਼ਿੰਦਗੀ ਪ੍ਰਾਪਤ ਕਰ ਰਿਹਾ ਹੈ he gets life. ਮੇਰੇ ਭੈਣ ਭਰਾਓ My brothers and ਤੁਸੀਂ sisters, ਕਿਹਨੂੰ ਪਿਆਰ ਕਰਦੇ ਹੋ who do you love? ਬਾਈਬਲ ਕੀ ਕਹਿੰਦੀ ਹੈ What does Bible say? ਬਾਈਬਲ ਕੀ ਕਹਿ ਰਹੀ ਸਾਨੂੰ What does Bible say to us? ਇਹ ਜਿੰਨੇ ਵੀ ਇਤਿਹਾਸ ਪੜੋਗੇ All this book of Chronicles, ਤੁਹਾਨੂੰ ਪਤਾ ਕੀ ਹੋਇਆ do you know what happened? ਕਿਸੇ ਨੇ 25 ਸਾਲ ਰਾਜ ਕੀਤਾ 25 ਸਾਲ ਰਾਜ ਕੀਤਾ Somebody reigned for 25. ਮਸਾ ਕੀਤੇ ਹੈ ਲੋਕਾਂ ਨੇ Even the anointed people, ਕੋਈ 30 ਸਾਲ some for 30 ਕੋਈ years, 35 ਸਾਲ some for 35. ਇਹਨਾਂ ਨੇ ਸਭ ਨੇ ਤਾਂ ਰਾਜ ਕੀਤਾ They all reigned, ਪਰ ਹੋਇਆ ਕੀ but what happened? ਮਰ ਗਏ They died. ਮਰ ਗਏ They died. ਮੈਂ ਦੱਸਣਾ ਚਾਹੁੰਦਾ I want to tell you, ਸਦਾ ਦਾ ਰਾਜ ਕੌਣ ਕਰੇਗਾ who will reign in eternity? ਇੱਕ ਆਦਮੀ ਔਰ ਸੀ There was one more ਜਿਹਦੀ person ਮੈਂ ਤੁਹਾਨੂੰ ਫੋਟੋ ਦਿਖਾਣਾ ਚਾਹੁੰਦਾ whose picture I want to show ਉਹ you. ਕੌਣ ਆ Who is he? ਜਿਹੜਾ ਬਹੁਤ ਸਾਲ ਜੀਆ Who really lived ਸ਼ਾਇਦ long? ਉਹਦੀ ਉਮਰ 365 ਸਾਲ ਸੀ He was around 365 years. ਬੋਲੋ ਕਿੰਨੀ ਬੋਲੋ ਕਿੰਨੀ ਕੌਣ ਸੀ ਹਨੂਕ ਉੱਥੇ ਲਿਖਿਆ ਖੁਦਾ ਨਾਲ ਕਿੱਦਾਂ ਚੱਲਿਆ ਉਹ ਹੁਕਮ ਦੇ ਵਿੱਚ ਰਹਿ ਕੇ ਚੱਲਿਆ ਹੁਕਮ 'ਚ ਤੇ ਯਿਸੂ ਦੇ ਨਾਲ ਜ਼ਿੰਦਾ ਕੀ ਆ ਬੋਲੋ ਕਿੱਦਾਂ ਗਿਆ ਉਹਦੀ ਕਬਰ ਕਿਤੇ ਨਹੀਂ ਹੈ ਹਨੂਕ ਦੀ ਬਾਈਬਲ ਕਹਿੰਦੀ ਉਹ ਜ਼ਿੰਦਾ ਹੀ ਸਮਾਨ 'ਚ ਚਲਾ ਗਿਆ And Bible says he was taken alive. 365 ਸਾਲ ਚੱਲਿਆ For 365 years he lived. 365 ਸਾਲ ਹੁਕਮ 'ਚ ਰਿਹਾ 365 years lived. 365 ਦਿਨ ਨਹੀਂ Not 365 days. 365 ਸਾਲ ਦੇ ਹੁਕਮ 'ਚ ਰਿਹਾ 365 years he ਤੇ lived. ਸਵਰਗ 'ਚ ਉਹਨੂੰ ਜਾਣ ਲਈ ਮੌਕਾ ਮਿਲਿਆ And then he got the chance. ਲਿਖਿਆ ਉਹ ਜ਼ਿੰਦਾ ਉਠਾਇਆ ਗਿਆ He was ascended. ਇਹਦਾ ਲਿਖਿਆ ਉਤਪਤੀ ਦੀ ਪੁਸਤਕ 'ਚ That's how written in the ਸ਼ਾਇਦ 6 ਚੈਪਟਰ 'ਚ ਲਿਖਿਆ ਮੇਰਾ ਖਿਆਲ It's written in the book of. ਲਿਖਿਆ ਹਨੂਕ ਜ਼ਿੰਦਾ ਉਠਾਇਆ ਗਿਆ And Enoch was. ਉਹਦੇ ਹੁਕਮਾਂ ਤੇ ਵਿਧੀਆਂ 'ਚ ਰਿਹਾ And he walked ਤੇ in. ਤੁਹਾਨੂੰ ਪਤਾ ਸਵਰਗ 'ਚ ਕੌਣ ਜਾਣੇ ਆ And do you know who will enter the kingdom? ਸਵਰਗ 'ਚ ਕਿਹੜੇ ਲੋਕ ਜਾਣੇ ਹਨ Who will enter heaven? ਜਿਹੜੇ ਉਹਦੇ ਹੁਕਮ ਤੇ ਵਿਧੀਆਂ 'ਚ ਰਹਿਣੇ ਹਨ Those who walk in ਬਾਕੀ obedience. ਸਭ ਉੜ ਜਾਣੇ ਹਨ Rest all will go. ਕਿਉਂਕਿ ਉਹਨਾਂ ਕੋਲ ਚੱਲ ਹੀ ਨਹੀਂ ਹੋਣ Because they won't be able to walk. ਚੱਲਣਾ ਮੁਸ਼ਕਲ ਆ ਮੈਨੂੰ ਪਤਾ Because it's difficult ਮੈਨੂੰ to. ਪਤਾ ਪਰੇਸ਼ਾਨੀ ਹੈਗੀ ਆ I know there are difficulties. ਮੈਨੂੰ ਪਤਾ ਕਿਤੇ ਕਿਤੇ ਸਾਨੂੰ ਅਸੀਂ ਫਸ ਜਾਈਦਾ ਸਾਨੂੰ ਕਈ ਗੱਲਾਂ ਕਰਨੀਆਂ ਪੈਂਦੀਆਂ Sometimes we are trapped and we have to do. ਇਹਦਾ ਹੁੰਦਾ ਆ It happens. ਹੁੰਦਾ ਆ It happens. ਪਰ ਮੈਨੂੰ ਚੱਲਣਾ ਹੈ But I have to walk. ਚਾਹੇ ਮੈਂ ਜਿੱਦਾਂ ਮਰਜ਼ੀ ਰਵਾਂ No matter how I live. ਪਰਮੇਸ਼ਰ ਮੈਨੂੰ ਚੱਲਣਾ ਦੇਣਾ But Lord will allow ਤੇ me. ਫਿਰ ਮੈਨੂੰ ਦੱਸਿਓ And then tell me. ਫਿਰ ਮੈਨੂੰ ਪੁੱਛਿਓ And then ask me. ਕਿ ਸਰ ਤੋਂ ਕਿਹੜੀ ਚੀਜ਼ ਤੈਨੂੰ ਰੋਕੇਗੀ What would stop you to head? ਤੂੰ ਹਨੋਕ ਵਾਂਗੂ ਜ਼ਿੰਦਾ ਜਾਏਗਾ Like Enoch, you will ਬਾਈਬਲ be. ਕੀ ਕਹਿੰਦੀ What does ਔਰ Bible? ਕਿਹੜੇ ਜਾਣੇ ਹਨ Who all will go? ਤੁਹਾਨੂੰ ਪਤਾ Do you know ਜਦ ਪਹਿਲੀ ਕਿਆਮਤ ਹੋਣੀ ਹੈ when the day of first judgment come? ਉਹ 'ਚ ਕੀ ਹੋਣਾ What would happen? ਜਦ ਦੂਜੀ ਹੋਣੀ ਉਹਦਾ ਕੀ ਹੋਣਾ What would happen in the ਤੀਜੀ second? 'ਚ ਕੀ ਹੋਣਾ What would happen in the third ਤੁਹਾਨੂੰ judgment? ਪਤਾ Do you know? ਪ੍ਰਕਾਸ਼ ਵਾਕੀ ਕੀ ਕਹਿੰਦਾ ਯੋਹੰਨਾ What does book of ਕਹਿੰਦਾ Revelation? ਧੰਨ ਤੇ ਮੁਬਾਰਕ ਉਹ ਲੋਕ ਨੇ Blessed are those ਜਿਹੜੇ ਪਹਿਲੀ ਕਿਆਮਤ 'ਚ ਉਠਾਏ ਜਾਣਗੇ who will be. ਉਹ ਹਨੂਕ ਵਾਂਗੂ ਜ਼ਿੰਦਾ ਹੀ ਜਾਣੇ ਹਨ They will go like Enoch. ਉਹ ਪਤਾ ਕਿਹੜੇ ਜਾਣੇ ਹਨ Do you know who? ਜਿਹੜੀ ਅਸੀਂ ਇਫਸੀਆ 5:27 ਪੜ੍ਹਦੇ ਹਾਂ When we read book of Ephesians, ਉੱਥੇ ਲਿਖਿਆ ਕਿਹੜੇ ਲੋਕ ਜਾਣੇ ਹਨ who all will go? ਬੇਦਾਗ Those who are spotless. ਨਿਸ਼ਕਲੰਕ Those who are ਹੱਟ ਤੋਂ sinless. ਰਹਿਤ ਵਾਲੇ ਸਖਤ ਮਨ ਵਾਲੇ ਨਹੀਂ Soft-hearted. Humble. ਜਿਨ੍ਹਾਂ ਨੇ ਆਪਣਾ ਜੀਵਨ ਪਵਿੱਤਰਤਾ ਦਾ ਬਤੀਤ ਕੀਤਾ Those who walked in holiness. ਜਿਹਨੇ ਜ਼ਬਾਨ ਨੂੰ ਵੀ ਸ਼ੁੱਧ ਰੱਖਿਆ Those who kept their tongues pure. ਉੱਥੇ ਇਹਦੇ ਲਿਖਿਆ ਹੈ That's how it's written. ਉਹ ਐਸੀ ਇੱਕ ਪ੍ਰਤਾਪਵਾਨ ਕਲੀਸਿਆ ਚਾਹੁੰਦਾ He wants such a glorious. ਜਿਹਦੇ ਅੰਦਰ ਜਰਾ ਜਿਹਾ ਵੀ ਕੋਈ ਦਾਗ ਨਾ ਹੋਵੇ Not even a spot should be there. ਜਰਾ ਜਿਹਾ ਵੀ ਕੁਛ ਨਾ ਹੋਵੇ Not even a spot. ਮੈਂ ਦੱਸਣਾ ਚਾਹੁੰਦਾ ਤੁਹਾਨੂੰ I want to tell you, ਮੇਰੀ ਇੱਕ ਸ਼ਰਟ ਆ I have a condition. ਉਹ
1200 रुपए की होनी है, 1200 रुपए की। There is a bet of 1200 ਉਹ rupees. ਪਿਛਲੇ ਦਿਨਾਂ 'ਚ ਖਰਾਬ ਹੋ ਗਈ। In ਮੈਂ ਪੈਨ ਪਾਇਆ, ਪੈਨ ਜੇਬ 'ਚ ਪਾਇਆ ਸੀ, I put a pen in my pocket ਉਹ ਲੀਕ ਕਰਕੇ ਉਹ ਇੱਥੇ ਸਾਰਾ ਉਹਨੇ ਖਰਾਬ ਕਰਤਾ। and it leaked. They got a stain on my pocket. ਮੈਂ ਪ੍ਰੈਸ ਕਰਾ ਕੇ ਵੀ ਰੱਖੀ, I got it ironed. ਮੈਂ ਪਾਣਾ ਚਾਹੁੰਦਾ ਹੈ। I wanted to wear ਫਿਰ it, ਮੈਂ ਸੋਚਦਾ ਯਾਰ ਇਹ ਦਾਗ ਜਿਹਾ ਚੰਗਾ ਨਹੀਂ ਲੱਗਦਾ। but because of the stain, I can't wear it. ਇਹ ਹੁੰਦਾ ਹੈ It happens. ਜੇ ਤੁਹਾਨੂੰ ਵੀ ਏਦਾਂ ਹੋ ਜਾਏ, If this happens with ਜੇ you, ਤੇ ਉਹ ਇੱਕ ਦਾਗ ਵਾਲਾ ਲਾਇਕ ਨਹੀਂ, ਇੱਕ ਚੀਜ਼ ਇੱਕ ਦਾਗ ਨਹੀਂ ਹੈ ਤੇਰੇ ਉਸ ਛੱਡ ਦੋ ਤੇ ਤਾਂ ਵੀ ਪਸੰਦ ਨਹੀਂ ਕਰਦਾ। even if there is not a spot you don't like ਕਿ it, ਤੁਹਾਡੀ ਮੇਰੀ ਜ਼ਿੰਦਗੀ 'ਚ ਕਿੰਨੇ ਦਾਗ ਆ, how many spots have we ਤੇਰਾ got? ਖੁਦਾ ਤੈਨੂੰ ਕਿੱਦਾਂ ਪਸੰਦ ਕਰੇਗਾ। How your God would ਕਦੀ like. ਇਫਸੀਆ 5:7 'ਚ ਕੀ ਲਿਖਿਆ, What's written in ਉਹ Ephesians? ਆਪਣੇ ਲਈ ਕੈਸੀ ਕਲੀਸਿਆ ਤਿਆਰ ਕਰ ਰਿਹਾ, He's preparing for himself such a glorious. ਕੈਸੀ ਕਲੀਸਿਆ, What kind of church? ਬੇਦਾਗ, Which is spotless, ਨਿਸ਼ਕਲੰਕ। wrinkleless. ਇਦਾਂ ਲਿਖਿਆ 5:7 ਪੜ੍ਹੋ ਕਿ ਕੀ ਲਿਖਿਆ ਬਈ, 5:7 'ਚ ਕੀ ਲਿਖਿਆ, ਅਤੇ ਉਸ ਨੂੰ ਆਪਣੇ ਲਈ ਇਹੋ ਜਿਹੀ ਪ੍ਰਤਾਪਵਾਨ ਉਹਨੂੰ ਕਲੀਸਿਆ ਆਪਣੇ ਲਈ ਇੱਕ ਇਹੋ ਜਿਹੀ ਪ੍ਰਤਾਪਵਾਨ ਕਲੀਸਿਆ ਚਾਹੀਦੀ ਆ, ਤਿਆਰ ਕਰੇ ਤਿਆਰ ਕਰੇ ਜਿਹਦੇ ਵਿੱਚ ਕਲੰਕ ਜਾਂ ਬੱਜ ਜਿਹਦੇ ਵਿੱਚ ਕੋਈ ਕਲੰਕ, ਜਾਂ ਕੋਈ ਬੱਜ ਜਿਹਦੇ ਵਿੱਚ ਕੋਈ ਵੱਜ ਜਾਂ ਕੋਈ ਹੋਰ ਅਜਿਹਾ ਔਗਣ ਨਾ ਜਾਂ ਹੋਵੇ ਹੋਰ ਕੋਈ ਔਗਣ ਨਾ ਹੋਵੇ ਨਾ ਹੋਵੇ। ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ਇਹ ਚਰਚ ਚਾਹੀਦਾ ਖੁਦਾ ਨੂੰ, ਪਵਿੱਤਰ, ਅਤੇ ਨਿਰਮਲ ਹੋਵੇ। ਨਿਰਮਲ, ਸਾਫ਼ ਪਾਣੀ ਵਰਗੀ, ਜਿੱਥੇ ਕੁਝ ਵੀ ਸਿਸਟਮ ਨਾ ਹੋਵੇ। ਇਹ ਗੱਲ ਆ। ਦੂਸਰੀ ਇੱਕ ਆਇਤ ਔਰ ਮੈਂ ਤੁਹਾਨੂੰ ਟੱਚ ਕਰਨਾ ਚਾਹੁੰਦਾ ਕਿ ਖੁਦਾ ਆਪਣੇ ਹੁਕਮ 'ਚ ਰਹਿਣ ਵਾਲਿਆਂ ਦੀ ਦੁਆ ਸੁਣਦਾ ਹੈ। ਨਾ ਕਰੀ ਦੁਆ ਸੁਣੀ ਨਹੀਂ ਜਾਣੀ, ਨਾ ਰੱਖਿਓ ਵਰਤ ਜਵਾਬ ਨਹੀਂ ਆਣਾ। ਜਵਾਬ ਉਹਨਾਂ ਦਾ ਆਣਾ ਜਿਹੜੇ ਕਲਾਮ ਦੇ ਵਿੱਚ ਰਹਿੰਦੇ ਹਨ। ਮੈਨੂੰ ਹੁਣ ਖਿਆਲ ਨਾ ਸੁਣਨਾ, ਬਾਈਬਲ ਦੀ ਗੱਲ ਸੁਣਗਾ ਤੁਹਾਨੂੰ, ਕਲਾਮ ਦੀ ਗੱਲ ਸੁਣਿਓ ਧਿਆਨ ਨਾਲ। ਜਿਹੜੇ ਤੁਸੀਂ ਸ਼ਾਉਲ ਬਾਰੇ ਪੜ੍ਹਦੇ, ਸ਼ਾਉਲ ਦੇ ਬਾਰੇ, When you read about Saul, ਸ਼ਾਉਲ ਨੇ ਕੀ ਕੀਤਾ what did he do? ਤੁਹਾਨੂੰ ਪਤਾ? Do you know? ਸੈਮੂਅਲ ਦੀ ਪੁਸਤਕ ਜਿਹੜੇ ਪੜ੍ਹਦੇ ਆ, When we read the book of Samuel, ਸ਼ਾਉਲ ਨੂੰ ਕੀ ਕਿਹਾ, what did he say to? ਸ਼ਾਉਲ ਨੂੰ ਕਿਹੜੀ ਗੱਲ ਕਹੀ? What did he say? ਸ਼ਾਉਲ ਅਮਲੇਕਿਆਂ ਦੀ ਕੋਈ ਚੀਜ਼ ਜ਼ਿੰਦਾ ਨਹੀਂ ਰੱਖਣੀ। Saul was asked not to keep anything of Amalekites, ਕੋਈ ਚੀਜ਼ ਨਹੀਂ ਰੱਖਣੀ। not even a single thing. ਮੈਂ ਤੈਨੂੰ ਹੁਕਮ ਦਿੱਤਾ, And he was given ਮੈਂ ਤੈਨੂੰ ਵਚਨ ਕੀਤਾ, and he was given ਉਹਨਾਂ ਦੀ this. ਇੱਕ ਵੀ ਚੀਜ਼ ਤੂੰ ਲੈਣੀ ਨਹੀਂ ਹੈ। Do not take anything of ਸਾਰਾ ਕੀ ਕਰ ਦੇਣਾ, destroy, ਖਤਮ ਕਰ ਦੇਣਾ। and destroy everything. ਇਹ ਗੱਲ ਨਬੀ ਦੀ ਜ਼ੁਬਾਨੀ ਆਈ, It came from the out, ਇਹ ਨਬੀ ਦੀ ਜ਼ੁਬਾਨੀ ਆਈ from the mouth of ਕਿ prophet. ਸਭ ਕੁਝ ਖਤਮ ਕਰ ਦੇਣਾ। They destroy everything. ਕੀ ਹੋਇਆ What happened? ਤੁਹਾਨੂੰ ਪਤਾ? Do you know? ਆਓ ਸੈਤ ਨੂੰ ਪੜਾਂਗੇ। Let's read that verse. ਪਰਮੇਸ਼ਰ ਆਪਣੇ ਵਚਨ ਦੇ ਵਿਚਕਾਰ ਹੁੰਦਾ ਹੈ। That God abides in His ਜਿਹੜਾ word. ਆਦੀ ਵਚਨ ਤੋਂ ਬਾਹਰ ਹੋ ਜਾਂਦਾ He doesn't go ਉਹ out of ਖੁਦਾ ਨੂੰ His, ਛੱਡ ਦਿੰਦਾ and then God ਤੇ departs. ਖੁਦਾ ਉਹਨੂੰ ਛੱਡ ਦਿੰਦਾ। And if He leaves God, God leaves ਤੁਹਾਨੂੰ him. ਪਤਾ Do you ਅਦਨ know? ਦੀ ਬਾਟਕਾ 'ਚ ਇਹੀ ਹੋਇਆ, This is what happened in the Garden of ਉਹਨੇ Eden. ਫਲ ਖਾਣਾ ਕੋਈ ਖਾਸ ਗੱਲ ਨਹੀਂ ਸੀ, The fruit wasn't a great thing, ਹੁਕਮ ਦੇ ਵਿੱਚ ਰਹਿਣਾ ਖਾਸ ਗੱਲ ਸੀ। but the great thing is to walk in ਪਰਮੇਸ਼ਰ ਦਾ obedience. ਹੁਕਮ ਟੁੱਟ ਗਿਆ, When the ਖੁਦਾ ਦਾ ਜਲਾਲ ਅਲੱਗ ਹੋ ਗਿਆ। and the glory of God departed. ਇਹੀ ਬਾਈਬਲ ਦੀ ਗੱਲ। This is according to Bible. ਪੜ੍ਹੀਏ ਕੀ ਲਿਖਿਆ, Let's read what's written. ਪੜ੍ਹੀਏ ਜਿਹੜੀ ਗੱਲ ਆ ਸੈਮੂਅਲ ਦੀ ਕਿਤਾਬ Book of Samuel. ਸ਼ਾਇਦ 16 ਚੈਪਟਰ, ਦੇਖੀ ਕਿਹਨੇ ਲਿਖਿਆ। ਇਹਨੂੰ ਜਿਹੜੇ ਠੀਕ ਪੜ੍ਹਦੇ ਆ ਤੇ ਇਹਨੇ ਕੀ ਕੀਤਾ ਤੁਹਾਨੂੰ ਪਤਾ? ਇਹਦੇ ਬਾਰੇ ਕੀ ਲਿਖਿਆ? ਇਹਨੂੰ ਖੁਦਾ ਨੇ ਮਨਾ ਕੀਤਾ। ਪੜ੍ਹੀਏ ਇਹ 15 ਅਧਿਆਇ ਉਹਦੀ 10 ਹੱਦ ਕੀ ਲਿਖਿਆ ਹੈ। ਤਦ ਯਹੋਵਾ ਦਾ ਵਚਨ ਸਮੂਏਲ ਨੂੰ ਅੱਪੜ ਪਿਆ ਕਿ ਮੈਂ ਗਰੰਜ ਹਾਂ ਜੋ ਮੈਂ ਸ਼ਾਉਲ ਨੂੰ ਪਾਤਸ਼ਾਹ ਠਹਿਰਾਇਆ, ਕਿਉਂ ਜੋ ਉਹ ਮੇਰੇ ਮਗਰ ਤੁਰਨ ਤੋਂ ਭੌਂ ਗਿਆ ਹੈ। ਗਰਾਂਜਾ ਕਿ ਮੈਂ ਤੈਨੂੰ ਆਪਣਾ ਪੁੱਤਰ ਆਤਮਾ ਦਿੱਤਾ। ਨਿਰਾਸ਼ ਹੋਇਆ ਕਿ ਤੂੰ ਤਾਂ ਕੁਝ ਵੀ ਨਹੀਂ ਕੀਤਾ ਮੇਰੇ ਪੁੱਤਰ ਆਤਮਾ ਨੂੰ ਲੈ ਕੇ। ਖੁਦਾ ਨਿਰਾਸ਼ ਆ ਕਿੰਨੇ ਲੋਕਾਂ ਤੋਂ, ਮੈਂ ਤੈਨੂੰ ਆਪਣਾ ਪੁੱਤਰ ਆਤਮਾ ਦਿੱਤਾ, ਤੂੰ ਮੇਰੇ ਪੁੱਤਰ ਆਤਮਾ ਨੂੰ ਬੁਝਾ ਦਿੱਤਾ। ਖੁਦਾ ਉਦਾਸ ਆ, ਤੈਨੂੰ ਕਿੱਥੋਂ ਜਵਾਬ ਆਉਣਾ ਤੇਰੀ ਪ੍ਰਾਰਥਨਾ ਦਾ। ਮੈਂ ਤੈਨੂੰ ਪਾਤਸ਼ਾਹ ਬਣਾਇਆ। ਔਰ ਕੀ ਲਿਖਿਆ? ਕਿਉਂ ਜੋ ਉਹ ਮੇਰੇ ਮਗਰ ਤੁਰਨ ਤੋਂ ਭੌਂ ਗਿਆ ਹੈ। ਜਿਹੜਾ ਆਦਮੀ ਮਗਨ ਤੁਰਨ ਤੋਂ ਪੁੱਜਦਾ ਉਹਦਾ ਹੁਕਮ ਟੁੱਟ ਗਿਆ, ਉਹ ਪਿੱਛੇ ਚਲਾ ਗਿਆ। ਹੁਕਮ ਹੀ ਟੁੱਟਦਾ, ਕੁਛ ਨਹੀਂ ਟੁੱਟਦਾ ਬੰਦੇ ਕੋਲੋਂ। ਉਹ ਕਲਾਮ ਨੂੰ ਮੰਨਦਾ ਨਹੀਂ ਤੇ ਦੁਆ ਕਰਦਾ ਰਹਿੰਦਾ ਤੇ ਬਾਅਦ ਚ ਬੈਕ ਸਾਈਡ ਹੋ ਜਾਂਦਾ, ਉਹ ਛੱਡ ਜਾਂਦਾ ਚਰਚ ਨੂੰ। ਫਿਰ ਇੱਥੇ ਦਾ ਵਿਸ਼ਵਾਸੀ ਪੁੱਛਦਾ ਭਾਜੀ ਉਹ ਕੋ ਛੱਡ ਗਿਆ, ਉਹਨੂੰ ਪੁੱਛੇ ਲੱਗਦਾ ਹੁਕਮ ਤੋਂ ਵੰਚਿਤ ਹੋ ਗਿਆ। ਉਹਨੇ ਕਹਿਣਾ ਨਹੀਂ ਮੈਂ ਹੁਕਮ ਚ ਹੀ ਹਾਂ, ਮੈਂ ਹੁਕਮ ਵਿੱਚ ਹੀ ਹਾਂ। ਉਹਨੇ ਕਹਿਣਾ ਮੈਂ ਤੈਨੂੰ ਕਿੰਨੀਆਂ ਤਾਂ ਪੜ੍ਹਾਸਾਂ ਜਿੱਥੇ ਮਸਾ ਰਹਿੰਦਾ ਨਾ, ਅਭਿਸ਼ੇਕ ਰਹਿੰਦਾ, ਉੱਥੇ ਲੋਕਾਂ ਦਾ ਜੂੜਾ ਟੁੱਟੇਗਾ। ਜਿਹੜੇ ਵਿਸ਼ਵਾਸੀ ਵਚਨ ਨੂੰ ਮੰਨਣਗੇ ਤੇ ਉਹ ਚਰਚ ਉੱਪਰ ਆ ਜਾਏਗਾ, ਉਹ ਚਰਚ ਡਾਊਨ ਨਹੀਂ ਹੋਏਗਾ। ਜਿਹੜੇ ਵਿਸ਼ਵਾਸੀ ਲੋਕ ਵਚਨ ਦੀ ਪਾਲਣਾ 'ਚ ਚੱਲਦੇ ਹਨ
ਉਹ ਚਰਚ ਹਮੇਸ਼ਾ ਡੇ ਬੜੇ ਉੱਤੇ ਕੰਮ ਹੋਣਗੇ, ਖੁਦਾ ਆਪਣੇ ਆਪ ਹੀ ਉਹਨਾਂ ਦੀਆਂ ਦੁਆਵਾਂ ਨਾਲ ਕੰਮ ਕਰਦਾ ਰਹੇਗਾ। ਜਿਹੜਾ ਵੀ ਵਿਸ਼ਵਾਸੀ ਜਿਹੜੀ ਦੁਆ ਕਰੇਗਾ ਉੱਥੇ ਇੱਕ ਜਵਾਬ ਆ ਜਾਏਗਾ। ਉਹ ਚਰਚ ਡਾਊਨ ਨਹੀਂ ਜਾਏਗਾ। ਜਿਲੇ ਵਿਸ਼ਵਾਸੀ ਅੱਛਾ ਨਹੀਂ ਚੱਲਦਾ ਉਹ ਚਰਚ ਥੱਲੇ ਗਿਰ ਜਾਂਦਾ ਹੈ। ਜਿਹੜਾ ਵਿਸ਼ਵਾਸੀ ਕਲਾਮ ਨੂੰ ਨਹੀਂ ਮੰਨਦਾ ਉਹਦੀ ਵਜ੍ਹਾ ਨਾਲ ਚਰਚ ਥੱਲੇ ਜਾ ਰਿਹਾ। And the believer who doesn't obey the word, because of that, church goes down. ਜੇ ਵਿਸ਼ਵਾਸੀ ਵਚਨ ਤੋਂ ਚੱਲਣਗੇ But if a believer walks in obedience, ਉਹ ਚਰਚ ਉੱਪਰ ਆਏਗਾ। and the church will be uplifted, ਮੇਰੇ says ਭੈਣ ਭਰਾ, my brothers and ਖੁਦਾ sisters. ਆਪਣੇ ਹੁਕਮ 'ਚ ਰਹਿੰਦਾ ਹੈ। God walks ਇਹ his. ਸ਼ਾਉਲ ਨੇ ਕੀ ਕੀਤਾ? What did Saul do? ਸ਼ਾਉਲ ਕੋ ਕੀ ਗਲਤੀ ਹੋਈ? What mistake did he ਪੜ੍ਹੀਏ make? ਸਾਨੂੰ ਕੀ ਲਿਖਿਆ ਹੈ। ਕਿਉਂ ਜੋ ਉਹ ਮੇਰੇ ਮਗਰ ਤੁਰਨ ਤੋਂ ਭੌਂ ਗਿਆ ਹੈ, ਇਹ ਮੇਰੇ ਮਗਰ ਤੁਰੰਤ ਕੀ ਹੋ ਗਿਆ? ਭੌਂ ਗਿਆ ਹੈ, ਹਟ ਗਿਆ ਹੈ। ਔਰ ਫਿਰ ਅਤੇ ਉਸਨੇ ਮੇਰੇ ਹੁਕਮਾਂ ਨੂੰ ਪੂਰਾ ਨਾ ਕੀਤਾ। ਖੁਦਾ ਆਪਣੇ ਹੁਕਮ 'ਚ ਰੱਖਣਾ ਚਾਹੁੰਦਾ ਹੈ। ਇਹ ਵਿਸ਼ਵਾਸੀ ਲੋਕੋ ਮੈਂ ਦੱਸਣਾ ਚਾਹੁੰਦਾ, ਜਦ ਤੱਕ ਤੁਸੀਂ ਹੁਕਮ ਨਹੀਂ ਮੰਨਣਾ ਤੇਰੀਆਂ ਪ੍ਰਾਰਥਨਾ ਕਦੀ ਪ੍ਰਭਾਵਸ਼ਾਲੀ ਨਹੀਂ ਹੋਣਗੀਆਂ। ਜਦ ਤੱਕ ਹੁਕਮ ਨਹੀਂ ਮੰਨਣਾ Until you walk in obedience, ਪ੍ਰਾਰਥਨਾ ਕਦੀ ਪ੍ਰਭਾਵਸ਼ਾਲੀ ਨਹੀਂ ਹੋਣੀ। your prayers won't be ਜਿਹੜੇ effective. ਹੁਕਮ 'ਚ ਰਹਿ ਕੇ ਉਹਦੀ ਗੱਲ ਮੰਨਦੇ ਹਨ, Those who ਉਹਦੇ abide in, ਵਚਨ ਦੀ ਪਾਲਣਾ ਕਰਦੇ ਹਨ, those who obey his ਉਹਦੀ word, ਦੁਆ ਕਦੀ ਰੱਦ ਕੀਤੀ ਨਹੀਂ ਜਾਏਗੀ। and their prayers will never be ਇਸੇ unanswered. ਕਰਕੇ ਬਾਈਬਲ 'ਚ ਲਿਖਿਆ ਹੈ Therefore, it's written in the ਸੈਮੂਅਲ Bible. ਦੀ ਇੱਕ ਵੀ ਪ੍ਰਾਰਥਨਾ ਰੱਦ ਨਹੀਂ ਕੀਤੀ। Not even a single prayer of ਸ਼ਾਉਲ Samuel. ਦੀ ਕਿਉਂ ਰੱਦ ਹੋ ਗਈ? Why for Saul? ਸ਼ਾਉਲ ਨੇ ਹੁਕਮ ਤੋੜਤਾ। Because he broke. ਇਹਨੇ ਕੀ ਕੀਤਾ? What did he do? ਅਮਲੇਕੀ ਲੋਕਾਂ ਨੂੰ ਮਾਰਿਆ, He killed the Amalekites. ਉਹਦੀਆਂ ਸਾਰੀਆਂ ਚੀਜ਼ਾਂ ਮਾਰੀਆਂ, He destroyed ਪਰ ਅੰਦਰ everything. ਇੱਕ ਲਾਲਚ ਸੀ। But there was a greed. ਜਿਹੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਸੀ, The good things, ਵਧੀਆ ਵਧੀਆ ਚੀਜ਼ਾਂ good things, ਔਰ ਅਲੱਗ ਕਰ ਲਿੱਤੀਆਂ। he separated. ਜਿਹੜੇ ਵਾਪਸ ਆਇਆ, When he came back, ਯੁੱਧ ਜਿੱਤ ਕੇ ਆਇਆ after winning the battle, when ਤੇ he came, ਖੁਦਾ ਨਾਰਾਜ਼ ਹੋ ਗਿਆ। and then God got ਖੁਦਾ upset. ਨੇ ਸੈਮੂਅਲ ਨੂੰ ਕੀ ਕਿਹਾ? And what did God say? ਸੈਮੂਅਲ Samuel, ਸੈਮੂਅਲ Samuel, ਦੇਖ ਇਹ ਕੀ ਕਰ ਰਿਹਾ। look, what is he ਇਹਦਾ doing? ਮਨ ਲਾਲਸਾ ਵੱਲ ਭੱਜ ਰਿਹਾ ਹੈ। His heart is full of greed. ਇਹਨੇ ਜਿਹੜੀਆਂ ਗੱਲਾਂ ਮੈਂ ਕਹੀਆਂ Whatever I said to ਉਹ him, ਇਹਨੇ ਮੰਨੀਆਂ ਨਹੀਂ ਹੈ। he didn't obey. ਇਹਨੇ ਮੰਨੀਆਂ ਨਹੀਂ। He didn't obey. ਕੀ ਹੋਇਆ What happened? ਤੁਹਾਨੂੰ ਪਤਾ? Do you know? ਖੁਦਾ ਨੇ ਕੀ ਕਿਹਾ? What did God ਜਾ answer? ਕੇ ਇਹਨੂੰ ਪੁੱਛ, Go and ask him. ਇਹਨੇ ਮੇਰੇ ਹੁਕਮ 'ਚ ਹੈ। Is he walking in my ਜਿਹਨੇ ਸੈਮੂਅਲ ਨੂੰ ਜਾ ਕੇ ਪੁੱਛਿਆ, And when Samuel went and asked ਇਹਨੇ ਚੰਗੀਆਂ ਚੀਜ਼ਾਂ ਰੱਖ ਲਿੱਤੀਆਂ। that why you kept good ਇਹਦੀ things. ਇੱਕ ਲਾਈਨ ਪੜਾਂਗੇ, Let's read that verse. ਇੱਕ ਹੋਰ ਲਾਈਨ ਪੜਾਂਗੇ ਇਹਦੀ। There's one more verse. ਇਹਦੀ ਪੜ੍ਹੀਏ 15 ਪੜ੍ਹ ਕੇ ਲਿਖਿਆ ਦੀ। ਤਾਂ ਸ਼ਾਉਲ ਨੇ ਆਖਿਆ ਹਾਂ, ਕਿ ਉਹ ਇਹਨਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ। ਜਿਹਨੇ ਉਹ ਚੰਗੀਆਂ ਚੀਜ਼ਾਂ ਜਦ ਲੈ ਆਇਆ ਤੇ ਸ਼ਾਉਲ ਨੇ ਕੀ ਕਿਹਾ ਉਹਨੂੰ? ਕੀ ਕਿਹਾ ਉਹਨੂੰ? ਮੈਂ ਅਮਾਲੇਕੀਆਂ ਵੱਲੋਂ ਲਿਆਏ ਹਨ ਅੰਮਾ ਲੇਖਿਆ ਵੱਲੋਂ ਮੈਂ ਲੈ ਕੇ ਆਇਆ। ਅਤੇ ਲੋਕਾਂ ਨੇ ਚੰਗੀਆਂ ਚੰਗੀਆਂ ਭੇਡਾਂ ਅਤੇ ਬਲਦਾਂ ਨੂੰ ਜਿਉਂਦਿਆਂ ਰੱਖਿਆ। ਅੰਦਰ ਭਾਵਨਾ ਹੈ, ਅੱਛੀਆਂ ਚੀਜ਼ਾਂ ਰੱਖ ਲਿੱਤੀਆਂ। ਭਈ ਉਹਨਾਂ ਨੂੰ ਯਹੋਵਾ ਤੇਰੇ ਜਿਵੇਂ ਪਰ ਮਲਾਕੀ ਦੀ ਪੁਸਤਕ 'ਚ ਗੱਲ ਲਿਖੀ ਆ, ਇਹਦਾ ਲਿਖਿਆ ਹੈ, ਕਹਿੰਦਾ ਤੁਹਾਨੂੰ ਕੀ ਤੁਸੀਂ ਬਿਮਾਰ ਦੇ ਚੜਾਵੇ ਨੂੰ ਪਸੰਦ ਕਰੋਗੇ ਜਾਂ ਲੂਲੇ ਲੰਗੜੇ ਨੂੰ ਪਸੰਦ ਕਰੋਗੇ? ਔਰ ਕੀ ਕਿਹਾ ਉਹਨੇ? ਪੜੋ। ਭਈ ਉਹਨਾਂ ਨੂੰ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਬਲੀ ਚੜਾਉਣ। ਇੱਕ ਸੈਮੂਅਲ ਕਹਿੰਦਾ ਇਹ ਮੈਂ ਸਿਰ ਲੈ ਕੇ ਆਇਆ ਕਿ ਤੇਰੇ ਪਰਮੇਸ਼ਰ ਦੇ ਅੱਗੇ ਭੇਟ ਚੜਾਵਾਂ, ਔਰ ਫਿਰ ਅਤੇ ਰਹਿੰਦੇ ਸਭਨਾਂ ਨੂੰ ਅਸਾਂ ਮੂਲੋਂ ਹੀ ਨਾਸ ਕਰ ਸੁੱਟਿਆ। ਜਿਹੜੀਆਂ ਰਹਿ ਗਈ ਸੋ ਮੈਂ ਖਤਮ ਕਰਤੀਆਂ। ਔਰ ਪੜੀਏ, ਤਦ ਸਾਮੂਏਲ ਨੇ ਸ਼ਾਉਲ ਨੂੰ ਆਖਿਆ, ਸੈਮੂਅਲ ਨੇ ਸ਼ਾਉਲ ਨੂੰ ਆਖਿਆ ਠਹਿਰ ਜਾ ਠਹਿਰ ਜਾ, ਅਤੇ ਅੱਜ ਰਾਤੀ ਜਿਹੜਾ ਯਹੋਵਾ ਨੇ ਮੈਨੂੰ ਆਖਿਆ ਹੈ। ਇਦਾਂ ਦਾ ਬੰਦਾ ਚਾਹੀਦਾ ਤੁਹਾਡੇ ਕੋਲ ਵਿਸ਼ਵਾਸੀ ਕੋ ਦੁਆ ਕਰਨ ਵਾਲਾ, ਜਿਹੜਾ ਰਾਤ ਨੂੰ ਪੁੱਛ ਕੇ ਆਵੇ ਕਿ ਪਾਦਰੀ ਸਾਹਿਬ ਖੁਦਾ ਜਿੱਦਾਂ ਕਰਨ ਜਾ ਰਿਹਾ। ਇਦਾਂ ਤਾਂ ਲੱਭਣਾ ਹੀ ਨਹੀਂ, ਨਾ ਵਿਸ਼ਵਾਸੀ ਇਦਾਂ ਦਾ ਹੁੰਦਾ ਨਾ ਲੱਭਦਾ। ਇਮਾਨਦਾਰ ਮੈਂ ਦੇਖਿਆ ਆਪਣੀ ਅੱਖਾਂ ਨਾਲ। ਇਦਾਂ ਦੇ ਰੱਬ ਦੇ ਬੱਚੇ ਸੀ ਮੇਰੇ ਸਮੇਂ ਤੇ ਸਨ 89 ਦੇ ਅੰਦਰ, ਉਹ ਖੁਦਾ ਨੂੰ ਪੁੱਛਦੇ ਸੀ। ਵਿਸ਼ਵਾਸੀ ਦੁਆ ਕਰਨੀ ਤੇ ਖੁਦਾ ਦੇ ਅੱਗੇ ਬਹਿ ਕੇ ਪੁੱਛਣਾ, ਪ੍ਰਭੂ ਨੂੰ ਦੱਸ ਅੱਜ ਮੈਂ ਕੀ ਕਰੂੰਗਾ। ਤੇ ਮੈਸੇਜ ਆਉਣਾ ਕਿ ਖੁਦਾ ਨੂੰ ਦੱਸਦਾ ਹੁੰਦਾ ਸੀ ਉਹਨਾਂ ਦਾ। ਮੈਂ ਮੇਰੀ ਅੱਖਾਂ ਨੇ ਦੇਖਿਆ ਨਹੀਂ, ਸੁਣਦਾ ਸੀ ਖੁਦਾ। ਮੈਂ ਸੁਣਿਆ ਖੁਦਾ ਦੀ ਆਵਾਜ਼। ਉਹ ਕਹਿੰਦਾ ਪਾਰੀ ਸਾਹਿਬ ਅੱਜ ਖੁਦਾ ਨੇ ਇੱਦਾਂ ਦੇ ਇੱਕ ਬਿਮਾਰ ਨੂੰ ਇੱਥੇ ਲੈ ਕੇ ਆਉਣਾ ਹੈ, ਉਹਨਾਂ ਨੂੰ ਪਾਸਵਾਨ ਨੂੰ ਕਹਿਣਾ, ਉਹ ਐਂ ਕਰਕੇ ਉਹਨੇ ਐਂ ਹੋ ਜਾਣਾ। ਅੱਜ ਤੱਕ ਸਿਸਟਰ ਆਣੀ, ਉਹਦੀ ਆ ਪ੍ਰੋਬਲਮ ਹੋਣੀ ਆ, ਉਹਨੇ ਤੁਹਾਨੂੰ ਆ ਕੇ ਦੱਸਣਾ ਤੁਸੀਂ ਨੂੰ ਆਹ ਗੱਲ ਕਹੀਓ। ਬੜੀਆਂ ਹੈਰਾਨ ਕਰਨੀਆਂ ਗੱਲਾਂ ਸੀ। ਲੇਕਿਨ ਚਰਚਾਂ 'ਚ ਅੱਜ ਇੱਦਾਂ ਨਹੀਂ ਹੈ। ਜੇ ਚਰਚ 'ਚ ਇੱਦਾਂ ਨਹੀਂ ਆ ਤੇ ਚਰਚ ਅੰਦਰ ਡਰ ਪਿਆ ਵੀ ਨਹੀਂ ਆ। ਡਰ ਪਿਆ ਉਸ ਵੇਲੇ ਹੁੰਦਾ ਚਰਚ ਦੇ ਅੰਦਰ, ਜਿਵੇਂ ਬਾਈਬਲ ਕਹਿੰਦੀ ਆ, ਜਿਲੇ ਉਹਨਾਂ ਨੇ ਹੰਨਾ ਸਫੀਰਾ ਨੇ ਸੁੱਖਣਾ ਸੁੱਖ ਲਿੱਤੀ ਰਹਿੰਦੇ ਹੋਇਆ ਤੇ ਉਹਨਾਂ ਦੀ ਮੌਤ ਹੋਈ, ਤਾਂ ਬਾਕੀ ਡਰ ਗਏ ਦੇਖ ਕੇ ਕਿ ਜੀ ਅਸੀਂ ਇਹ ਗਲਤੀ ਕੀਤੀ ਤੇ ਸਾਡੇ ਪਰਿਵਾਰ 'ਚ ਮੌਤ ਆਏ ਨੇ। ਵਿਸ਼ਵਾਸੀ ਭੈ 'ਚ ਨਹੀਂ ਆ ਤੇ ਖੁਦਾ ਦਾ ਉੱਤਰ ਵੀ ਕੋ ਨਹੀਂ ਆ। ਖੁਦਾ ਗੱਲ ਵੀ ਨਹੀਂ ਕਰਦਾ। ਜਿਲੇ ਤੱਕ ਆਦਮ ਤੇ ਹਵਾ ਠੀਕ ਰਹੇ ਤਦ ਤੱਕ ਆਵਾਜ਼ ਸੁਣਦੀ ਸੀ। ਜਿਸਲੇ ਹੁਕਮ ਤੋਂ ਹਟ ਗਏ ਆਵਾਜ਼ ਆਣੀ ਕੀ ਹੋ ਗਈ?
ਬੰਦ ਹੋ ਗਈ। ਮੈਂ ਦੱਸਣਾ ਚਾਹੁੰਦਾ, ਅਗਰ ਆਵਾਜ਼ ਬਹੁਤੇ ਲੋਕ ਕਹਿੰਦੇ ਖੁਦਾ ਦੀ ਆਵਾਜ਼ ਸੁਣਨਾ ਹੀ ਆ, ਜੇ ਸੁਣਨਾ ਆ ਆਵਾਜ਼ ਸੁਣਨੀ ਆ ਤੇ ਤੁਹਾਨੂੰ ਉਹਦੇ ਹੁਕਮ 'ਚ ਰਹਿਣਾ ਪਏਗਾ ਤੇ ਆਵਾਜ਼ ਡੇਲੀ ਆ ਸਕਦੀ ਹੈ, ਰਹਿਣਾ ਪਏਗਾ ਉਹਦੇ ਹੁਕਮ 'ਚ ਰਹਿਣਾ ਪਏਗਾ ਤੇ ਜਿਹੜਾ ਹੁਕਮ 'ਚ ਰਹੇਗਾ ਉਹਦੀ ਦੁਆ ਵੀ ਪ੍ਰਭਾਵਸ਼ਾਲੀ ਹੋਵੇਗੀ। ਬਾਈਬਲ ਇਦਾਂ ਹੀ ਕਹਿੰਦੀ ਹੈ। ਅੱਗੇ ਕੀ ਲਿਖਿਆ ਪੜ੍ਹੀਏ। ਉਹ ਮੈਂ ਤੈਨੂੰ ਦੱਸਾਂਗਾ ਜਿਹੜੀ ਅੱਜ ਰਾਤ ਖੁਦਾ ਮੇਰੇ ਨਾਲ ਗੱਲ ਕਰੇਗਾ ਉਹ ਮੈਂ ਤੈਨੂੰ ਕੀ ਕਰੂੰਗਾ, ਦੱਸਾਂਗਾ। ਉਹ ਦੱਸੂਗਾ। ਤਾਂ ਉਹ ਉਸ ਨੂੰ ਬੋਲਿਆ, ਦੱਸੋ ਜੀ। ਉਹਨੇ ਬੋਲਿਆ, ਦੱਸੋ ਜੀ। ਸਾਮੂਅਲ ਨੇ ਆਖਿਆ, ਸ਼ਮੂਏਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੈਂ ਜਿਲੇ ਤੂੰ ਕੁਛ ਵੀ ਨਹੀਂ ਸੀ, ਤਾਂ ਭਲਾ ਇਜ਼ਰਾਈਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ। ਕਿ ਤੈਨੂੰ ਨਾਰਮਲ ਆਦਮੀ ਨੂੰ ਕਿ ਤੈਨੂੰ ਪ੍ਰਧਾਨ ਨਹੀਂ ਬਣਾਇਆ, ਅਤੇ ਯਹੋਵਾ ਨੇ ਇਜ਼ਰਾਈਲ ਦਾ ਪਾਤਸ਼ਾਹ ਬਣਨ ਲਈ ਤੈਨੂੰ ਮਸਾ ਕੀਤਾ। ਤੈਨੂੰ ਇਸਰਾਇਲ ਦਾ ਪਾਤਸ਼ਾਹ ਹੋਣ ਲਈ ਮਸਾ ਕੀਤਾ। ਯਹੋਵਾ ਨੇ ਤੈਨੂੰ ਪੈਂਡੇ ਵਿੱਚ ਘੱਲਿਆ ਪਰਮੇਸ਼ਰ ਨੇ ਤੈਨੂੰ ਪੈਂਡੇ ਵਿੱਚ ਘੱਲਿਆ। ਅਤੇ ਆਖਿਆ, ਜਾ ਅਤੇ ਉਹਨਾਂ ਪਾਪੀ ਅਮਾਲੇਕੀਆਂ ਨੂੰ ਨਾਸ਼ ਕਰ। ਉਹਨਾਂ ਪਾਪੀ ਅਮਾਲੇਕੀਆਂ ਨੂੰ ਨਾਸ਼ ਕਰ ਦੇ। ਅਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ, ਜਦ ਤੱਕ ਉਹ ਨਸ਼ਟ ਨਾ ਹੋ ਜਾਣ, ਉਹਨਾਂ ਨਾਲ ਲੜਾਈ ਕਰ। ਉਹਨਾਂ ਲੜਾਈ ਕਰ। ਫਿਰ ਤੂੰ ਯਹੋਵਾ ਦੀ ਗੱਲ ਕਿਉਂ ਨਾ ਫਿਰ ਮੰਨੀ ਤੂੰ ਪਰਮੇਸ਼ਰ ਦੀ ਗੱਲ ਕਿਉਂ ਨਹੀਂ ਮੰਨੀ? ਔਰ ਕੀ ਕਿਹਾ? ਅਤੇ ਲੁੱਟ ਉੱਤੇ ਕਿਉਂ ਆ ਡਿੱਗਾ? ਲਾਲਸਾ ਆ ਗਈ ਅੰਦਰ, ਲੁੱਟ ਉੱਤੇ ਕਿਉਂ ਆ ਪਿਆ? ਔਰ ਅਤੇ ਯਹੋਵਾ ਦੇ ਸਨਮੁਖ ਬਦੀ ਕੀਤੀ। ਤੂੰ ਪਾਪ ਕੀਤਾ, ਉਹਦਾ ਹੁਕਮ ਨਾ ਮੰਨ ਕੇ। ਔਰ ਸ਼ਾਉਲ ਨੇ ਸਾਮੂਅਲ ਨੂੰ ਆਖਿਆ, ਸ਼ਾਉਲ ਨੇ ਸ਼ਮੂਏਲ ਨੂੰ ਆਖਿਆ, ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ। ਹਲੇ ਵੀ ਨਹੀਂ ਮੰਨ ਰਿਹਾ, ਹਲੇ ਵੀ ਨਹੀਂ ਮੰਨਿਆ। ਕਈ ਲੋਕਾਂ ਨੂੰ ਦੱਸੋ ਨਾ ਤੂੰ ਨਾ ਕਰ, ਉਹ ਕ੍ਰਿਟਿਸਾਈਜ਼ ਗੱਲਾਂ ਕਰਦੇ, ਬਹੁਤੀਆਂ ਗੱਲਾਂ ਕਰਦੇ ਹਨ, ਮੰਨਦੇ ਨਹੀਂ ਹਨ। ਜਦ ਤੈਨੂੰ ਕਰ ਕਹਿਤਾ ਤੇਰੀ ਗਲਤੀ ਆ, ਉਹਨੂੰ ਮੰਨਣੀ ਨਹੀਂ, ਅੱਗੇ ਜਵਾਬ ਸਵਾਲ ਕਰਨੇ। ਇਸ ਆਦਮੀ ਨੇ ਨਰਕ 'ਚ ਜਾ, ਇਹਨੂੰ ਖੁਦਾ ਨੇ ਇਹਦੀ ਦੁਆ ਨਹੀਂ ਸੁਣਨੀ। ਤੈਨੂੰ ਦੱਸਿਆ ਜਾ ਰਿਹਾ ਕਿ ਤੂੰ ਗਲਤੀ ਨਾ ਕਰ, ਉਹ ਅੱਗੇ ਕ੍ਰਿਟਿਸਾਈਜ਼ ਗੱਲਾਂ ਕਰ ਰਿਹਾ, ਲਾਗਤ ਨਹੀਂ ਹੈ। ਇਹੋ ਜਿਹੇ ਲੋਕ ਕਦੀ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ। ਮੰਨ ਲਾ ਤੇਰਾ ਪਾਪ ਆ ਤੇ ਮੰਨ ਲਾ ਗਲਤੀ ਆ ਤੇ ਛੱਡ ਦੇ ਤੇ ਫਿਰ ਦੁਆ ਕਰ, ਤੇਰੀ ਦੁਆ ਸੁਣੀ ਜਾਏਗੀ। ਔਰ ਕੀ ਲਿਖਿਆ? ਅਤੇ ਜਿਸ ਦੇ ਵਿੱਚ ਯਹੋਵਾ ਨੇ ਮੈਨੂੰ ਘੱਲਿਆ, ਪਰਮੇਸ਼ਰ ਨੇ ਮੈਨੂੰ ਘੱਲਿਆ, ਉਸੇ ਰਾਹ ਤੁਰਿਆ। ਉਸੇ ਰਾਹ ਤੁਰਿਆ। ਹਾਂ, ਅਤੇ ਅਮਾਲੇਕ ਦੇ ਪਾਤਸ਼ਾਹ ਅਗਾਗ ਨੂੰ ਲੈ ਆਇਆ। ਤੈਨੂੰ ਕਿੰਨੇ ਕਿਹਾ ਲੈ ਕੇ ਆ? ਖੁਦਾ ਨੇ ਕਿਹਾ ਮਾਰਨੇ ਆ, ਕਹਿੰਦਾ ਨੂੰ ਮੈਂ ਲੈ ਆਇਆ। ਔਰ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ ਕੀਤਾ। ਔਰ ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲਦ ਅਰਥਾਤ ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ਼ ਕੀਤਾ ਲੋੜੀਂਦਾ ਸੀ, ਔਰ ਸੋ ਗਿਲਗਾਲ ਦੇ ਵਿੱਚ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਭੇਟ ਚੜਾਉਣ ਲਈ ਲੈ ਆਏ ਹਨ। ਸ਼ਮੂਏਲ ਨੂੰ ਕਹਿੰਦਾ ਮੈਂ ਤੇਰੇ ਪਰਮੇਸ਼ਰ ਲਈ ਭੇਟ ਚੜ੍ਹਨ ਲੈ ਕੇ ਆਇਆ। ਔਰ ਫਿਰ ਸਾਮੂਅਲ ਬੋਲਿਆ, ਸ਼ਮੂਏਲ ਬੋਲਿਆ, ਭਲਾ ਯਹੋਵਾ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪ੍ਰਸੰਨ ਹੁੰਦਾ ਕੀ ਹੈ, ਪਰਮੇਸ਼ਰ ਇਹੋ ਜਿਹੀ ਗੱਲਾਂ ਤੋਂ ਖੁਸ਼ ਹੁੰਦਾ? ਜਾਂ ਇਸ ਗੱਲ ਉੱਤੇ ਜੋ ਉਹਦੀ ਆਵਾਜ਼ ਸੁਣੀ ਜਾਵੇ? ਬੋਲੋ ਕੀ ਸੁਣੀ ਜਾਵੇ? ਆਵਾਜ਼। ਉਹਦਾ ਹੁਕਮ ਮੰਨਿਆ ਜਾਏ। ਪਰਮੇਸ਼ਰ ਇਸ ਗੱਲ ਤੋਂ ਖੁਸ਼ ਆ ਮੇਰੇ ਭੈਣ ਭਰਾਓ, ਇਹਨੂੰ ਗੱਲ ਆਪਣੇ ਦਿਲ 'ਚ ਵਸਾ ਲਿਓ। ਪਰਮੇਸ਼ਰ ਤੇਰੀ ਔਰ ਗੱਲਾਂ ਤੋਂ ਖੁਸ਼ ਨਹੀਂ ਆ, ਇੱਕੋ ਹੀ ਗੱਲ ਤੋਂ ਤੇਰਾ ਖੁਦਾ ਖੁਸ਼ ਆ ਕਿ ਤੂੰ ਉਹਦੇ ਹੁਕਮ ਨੂੰ ਕੀ ਕਰੇ, ਉਹਦੇ ਵਚਨ ਨੂੰ ਮੰਨੇ। ਜੇ ਤੂੰ ਉਹਦੇ ਵਚਨ ਦੀ ਪਾਲਣਾ ਕਰੇਗਾ, ਇਹੀ ਗੱਲ ਯੋਸ਼ੂਆ ਨੂੰ ਕਹੀ, ਜੇ ਤੂੰ ਮੇਰੀ ਵਿਧੀਆਂ ਕਾਨੂੰਨਾਂ ਦੀ ਪਾਲਣਾ ਕਰੇਗਾ ਤੇ ਜਿੱਥੇ ਜਿੱਥੇ ਜਾਏਗਾ ਤੂੰ ਕੀ ਹੋ ਜਾਏਗਾ? ਤੂੰ ਸਫਲ ਹੋ ਜਾਏਗਾ। ਇਹੀ ਗੱਲ ਕਹੀ। ਇੱਕ ਘਰ 'ਚ ਇਹੀ ਲਿਖਿਆ ਆ, ਜੇ ਤੂੰ ਮੇਰੀ ਵਿਧੀਆਂ ਨੂੰ ਮੰਨੇਗਾ, ਕਾਨੂੰਨ ਨੂੰ ਮੰਨੇਗਾ ਤੇ ਤੂੰ ਸਫਲ ਹੋ ਜਾਏਗਾ। ਅੱਜ ਵਿਸ਼ਵਾਸੀ ਵੀ ਫੇਲ ਤੇ ਪਾਸਵਾਨ ਵੀ ਫੇਲ ਹੋ ਰਹੇ। ਕਿਉਂ ਹੋ ਰਹੇ ਆ? ਇਸੇ ਕਰਕੇ ਫੇਲ ਹੋ ਅਸੀਂ ਸਭ ਹੋ ਰਹੇ ਆ ਕਿ ਅਸੀਂ ਉਹਦੇ ਹੁਕਮ 'ਚ ਨਹੀਂ ਆ। ਅਸੀਂ ਸਿਰਫ ਬਾਈਬਲ ਪੜ੍ਹਦੇ ਆ, ਦੁਆ ਕਰਦੇ ਆ, ਕਦੀ ਧਿਆਨ ਦਿੱਤਾ ਯਾਰ ਆਹ ਗੱਲ ਮੰਨੀ ਨਹੀਂ ਕਦੀ ਖੁਦਾ ਦੀ, ਇਹ ਮੰਨਣੀ ਆ। ਜਿਹੜੇ ਅਸੀਂ ਨਹੀਂ ਮੰਨਦੇ, ਪ੍ਰੋਬਲਮ ਉੱਥੇ ਹੀ ਖੜੀ, ਉੱਥੇ ਹੀ ਖੜੀ ਪ੍ਰੋਬਲਮ, ਜਿਹੜੇ ਨਹੀਂ ਤੂੰ ਮੰਨ ਰਿਹਾ। ਮੇਰੇ ਭੈਣ ਭਰਾਓ, ਬਾਈਬਲ ਆਪਾਂ ਖੁਦਾ ਜਿਹੜਾ ਹੈ ਆਪਣੇ ਵਚਨ 'ਚ ਖੜਾ ਹੈ। ਆਪਣੇ ਨਾਲੋਂ ਵੀ ਜ਼ਿਆਦਾ ਆਦਰ ਬਾਈਬਲ ਕਹਿੰਦੀ ਆਪਣੇ ਵਚਨ ਨੂੰ ਦਿੰਦਾ ਹੈ। ਵਚਨ ਨੂੰ ਆਦਰ ਦਿੰਦਾ, ਤੇ ਵਚਨ ਨੂੰ ਜੇ ਤੁਸੀਂ ਆਦਰ ਨਹੀਂ ਦਿੰਦੇ ਤੇ ਤੇਰਾ ਹਰ ਚੀਜ਼ ਤੇਰੀ ਉਹਦੇ ਸਾਹਮਣੇ ਕਿਉਂ? ਉਹਨੇ ਕੀ ਕਿਹਾ? ਅੱਗੇ ਥੱਲੇ ਕੀ ਲਿਖਿਆ? ਵੇਖ ਮੰਨਣਾ ਭੇਟ ਚੜਾਉਣ ਨਾਲੋਂ, ਵੇਖ ਮੰਨਣਾ ਭੇਟ ਚੜਾਉਣ ਨਾਲੋਂ, ਅਤੇ ਸਰੋਤਾ ਬਣਨਾ ਛਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ। ਔਰ ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੁਕਮ ਹੈ। ਮੰਨਣਾ ਤੇਰੀਆਂ ਭੇਡਾਂ ਬੱਕਰੀਆਂ ਚੜਾਉਣ ਨਾਲੋਂ ਕਿਤੇ ਉੱਤਮ। ਕਾਇਨ ਵੀ ਲੈ ਕੇ ਆਇਆ ਭੇਟ, ਖੁਦਾ ਨੂੰ ਹੁਕਮ ਬਣਾ ਰਿਹਾ ਸੀ, ਕਹਿੰਦਾ ਜਾ ਆਪਣੇ ਆਪ ਨੀਮਾ ਕਰ, ਦੀਨ ਕਰ, ਤੇਰੀ ਭੇਟ ਕਬੂਲ ਹੋ ਜਾਏਗੀ। ਪਰ ਨਹੀਂ ਹੋ ਸਕਿਆ, ਨਹੀਂ ਹੋ ਸਕਿਆ, ਨਹੀਂ ਹੋ ਹੁੰਦਾ। ਇਸ ਕਰਕੇ ਨਹੀਂ ਹੁੰਦਾ, ਜਿਹੜੇ ਮੇਰੇ ਅੰਦਰ ਕਲਾਮ ਰਹੂਗਾ ਨਾ ਤੇ ਮੈਂ ਦੀਨ ਵੀ ਹੋ ਜਾਊਗਾ। ਜਿਹੜੇ ਵਚਨ ਦੀ ਸੇਵਕਾਈ ਕਰ ਰਿਹਾ, ਮੈਂ ਵਚਨ ਤੋਂ ਚੱਲੂਗਾ, ਮੇਰੇ ਅੰਦਰ ਦੀਨਤਾਈ ਚੱਲੇਗੀ ਤੇ ਮੇਰੀ ਪ੍ਰਾਰਥਨਾ ਪ੍ਰਭਾਵਸ਼ਾਲੀ ਹੋ ਜਾਏਗੀ ਤੇ ਤੇਰਾ ਖੁਦਾ ਉਸ ਗੱਲ ਤੋਂ ਖੁਸ਼ ਹੋਵੇਗਾ। ਖੁਦਾ ਨੇ ਬਾਈਬਲ ਕੀ ਕਹਿੰਦੀ ਆ? ਇਹਨੂੰ ਆਪਣਾ ਜਾਜਕ ਹੋਣ ਤੋਂ ਖੁਦਾ ਨੇ ਕੀ ਕਰ ਦਿੱਤਾ? ਰੱਦ ਕਰ ਦਿੱਤਾ। ਇਹਨੇ ਹੁਕਮ ਨਹੀਂ ਮੰਨਿਆ। ਹੁਕਮ ਦੇ ਵਿੱਚ ਖੁਦਾ ਖੜਾ। ਹੁਕਮ ਮੰਨਣ ਵਾਲੇ ਨੂੰ ਕਿਸੇ ਵੀ ਗੱਲ ਦੀ ਕੋਈ ਕਮੀ ਤੇ ਜਿਹਦੇ ਤੇ ਹਾਲੇ ਤੱਕ ਪੁੱਤਰ ਆਤਮਾ ਨਹੀਂ ਉਤਰਿਆ,
नहीं मिलिया, बस वो खड़ा नहीं है खुदा च। जिन्हें ने भाषा नहीं बोल रहा, नहीं अन्य भाषा बोल रहा, वो खुदा के हुक्म च नहीं है। हुक्म तो बाहर गया होया तो हौली स्पिरिट का वरदान उत्ते आ नहीं रहा, अभिषेक नहीं आ रहा, मसे च नहीं आ रहा, वो खुदा के कलाम तो बाहर आ। यसु मसीह का कहता जे तू मेरे विच रहो तो मेरिया गल्लां तुहाडे च रहे, जो चाहो तो पुत्र आत्मा का खुदा ऐ करके तेनों बख्श देगा। 1 मिनट च तेन उच्चे रहना पएगा, ने भाषा बोलनी आते। जे रहोगे लेबर कल्चर के लोगों, सारे वरदान तुहाडे विच उतर के काम करनगे। सारे वरदानां दी जिहड़ी घटी आ पूरे शहरां विच, वो इसे चर्चे पूरी हो जाएगी जे तुसी उहदे हुक्मां च रह के जीवन व्यतीत करोगे। फिर तू किसी का कर्जदार भी नहीं होवेगा। ये बाइबल दी गल्लां मैं तुहानूं कर रहा, कलाम दी गल मेरे भैन भराओ। हुक्म ना मनना ही पाप आ। हुक्म ना आदम दा हवा दा फ्रूट खाना कोई मैडी गल नहीं महसूस की, उहदा हुक्म ना मनना पाप सी। इस करके मसीह यसू विच मेरी बेनती, अगर तुम चाहुंदे हो कि तुहाडा परिवार सरफराज होवे, असीं सारे मिल के एक अरदास करिए कि प्रभु तेरे हुक्म च मैनूं चलना सिखा। आइए अपने पैरों ते खड़े होके, जब तू कदी खलो के प्रार्थना करें तो 11:24 च लिखिया, मरकस 11:24 च लिखिया, Mark 11:24 it says, जब तू कदी खड़ा होके प्रार्थना करें when you stand up and pray, तो की करना है? what do you have to do? की करना है? What you have to do? की करना? What do you have to do? अपने कसूरवारां नूं क्षमा करना। It confess your mistake. जे तुसी ये माफ नहीं करदे, If you do not forgive your तुसी sins, हुक्म तोड़दे पए हो। if you are breaking the law, परमेश्वर दा हुक्म टुट रहा है if you are breaking the ते command, तेरी प्रार्थना प्रभावशाली नहीं है। then your prayers won't be यही effective. 11:24 च यह गल लिखी है। Mark 11:24 it says, इस लाइन नूं पढ़ांगे ते दुआ करांगे। let's read this verse and पढ़िए pray. मरकस 11:24। इसलिए मैं ਤੁਹਾਨੂੰ ਆਖਦਾ ਹਾਂ इसलिए मैं तेनू आखदा हां कि जो कुछ ਤੁਸੀਂ प्रार्थना करके मंगो, जो कुछ तुसी प्रार्थना करके मंगो, प्रतीत करो विश्वास करो जो ਸਾਨੂੰ ਮਿਲ ਗਿਆ ਹੈ सानू मिल गया, ਤਾਂ ਤੁਹਾਨੂੰ ਮਿਲੇਗਾ। ਤੁਹਾਨੂੰ मिलेगा। और ਜਦ ਕਦੇ ਤੁਸੀਂ ਖਲੋ ਕੇ प्रार्थना जब ਕਰਦੇ तू कदी ਹੋ, खड़ा होके प्रार्थना करे, ਜੇ ਤੁਹਾਡਾ ਕਿਸੇ ਨਾਲ ਵਿਰੋਧ जे ਹੋਵੇ तेरे मन च किसी दे प्रति कुड़तना, ਤਾਂ ਉਹਨੂੰ ਮਾਫ ਕਰੋ। क्षमा कर दे। हुक्म आ खुदा दा, ਉਹਨੂੰ क्षमा कर। ਇਹਦੀ ਅੱਖਾਂ ਬੰਦ ਰੱਖਣੀਆਂ, ਇਹਦੀ ਅੱਖਾਂ ਬੰਦ ਰੱਖਣੀਆਂ ਆਪਣੀਆਂ। 2-3 ਆਇਤਾਂ ਹੋਰ ਪੜਾਂਗੇ खुदा की चाਹੁੰਦਾ। ਹੋਸ਼ਿਆ ਦੀ ਪੁਸਤਕ 6 ਅਧਿਆਇ ਉਹਦੀ 6 ਪੜਾਂਗੇ ਕਿ ਲਿਖੀ ਲਿਖਿਆ ਹੈ। ਇਹਨੂੰ ਖਿਆਲ ਨਾਲ ਸੁਣਨਾ। खुदा ਆਪਣੇ ਹੁਕਮ ਨੂੰ ਵਿੱਚ ਰਹਿ ਕੇ ਰਹਿਣ ਵਾਲਿਆਂ ਨੂੰ ਬਰਕਤ ਦਿੰਦਾ, ਜਿਹੜੇ ਹੁਕਮ ਦੀ ਪਾਲਣਾ ਕਰਦੇ ਆ। ਮੈਂ ਦਇਆ ਚਾਹੁੰਦਾ ਹਾਂ, ਮੈਂ ਦਇਆ ਚਾਹੁੰਦਾ ਹਾਂ, ਨਾ ਬਲੀਦਾਨ, ਨਾ ਕਿ ਬਲੀਦਾਨ ਅਤੇ ਚਾਹੁੰਦਾ ਹਾਂ। ਪਰਮੇਸ਼ਰ ਦਾ ਗਿਆਨ ਪਰਮੇਸ਼ਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਹੋਮ ਕੇ। ਬਲੀਆਂ ਨਾਲੋਂ ਵੱਧ ਕੇ, ਪਰਮੇਸ਼ਰ ਗਿਆਨ ਹੋਮ ਬਲੀਆਂ ਨਾਲੋਂ ਕਿਤੇ ਵੱਧ ਕੇ ਹੈ। ਔਰ ਉਹਨਾਂ ਨੇ ਆਦਮ ਵਾਂਗੂ ਨੇਮ ਦੀ ਉਲੰਘਣਾ ਕੀਤੀ। ਬਸ ਉਹਨਾਂ ਨੇ ਕੀ ਕੀਤੀ? ਉਲੰਘਣਾ ਕੀਤੀ। ਉਲੰਘਣਾ ਕੀਤੀ ਕਲਾਮ ਦੀ। ਤੇ ਕੀ ਹੋਇਆ? ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ। ਪਰਮੇਸ਼ਰ ਕਹਿੰਦਾ ਜਿਹੜਾ ਵਚਨ ਦੀ ਉਲੰਘਣਾ ਕਰਦਾ, ਖੁਦਾ ਨਾਲ ਕੀ ਕਰਦਾ ਹੈ? ਧੋਖਾ ਕਰਦਾ। ਬੋਲੋ ਖੁਦਾ ਨਾਲ ਕੀ ਕਰਦਾ? ਧੋਖਾ ਕਰ ਰਿਹਾ ਪਰਮੇਸ਼ਰ ਨਾਲ। ਪਰਮੇਸ਼ਰ ਨਾਲ ਉਹਦੇ ਵਚਨ ਦੀ ਉਲੰਘਣਾ ਕਰਕੇ। ਔਰ ਮੱਤੀ 12:7 ਪੜ੍ਹ ਕੇ ਲਿਖਿਆ ਹੈ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਖੁਦਾ ਕੀ ਚਾਹੁੰਦਾ ਹੈ। ਪਰ ਜੇ ਤੁਸੀਂ ਇਹਦਾ ਅਰਥ ਜਾਣਦੇ ਕਿ ਜੇ ਮੈਂ ਤੁਹਾਨੂੰ ਬਲੀਦਾਨ ਇਹ ਗੱਲ ਪਤਾ ਲੱਗ ਜੇ ਅੱਜ ਕਿ ਖੁਦਾ ਕੀ ਚਾਹੁੰਦਾ, ਕਿ ਮੈਂ ਬਲੀਦਾਨ ਨੂੰ ਨਹੀਂ ਮੈਂ ਬਲੀਦਾਨ ਨਹੀਂ ਸਗੋਂ ਦਇਆ ਨੂੰ ਚਾਹੁੰਦਾ ਹਾਂ, ਦਇਆ ਨੂੰ ਚਾਹੁੰਦਾ ਹਾਂ, ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ। ਦਇਆ ਕਰੋ, क्षमा करो, ਦੋਸ਼ੀਆਂ ਨੂੰ ਦੋਸ਼ੀ ਨਹੀਂ ਠਹਿਰਾਉਂਦੇ। ਨਹੀਂ ਠਹਿਰਾਉਂਦੇ। ਤੂੰ ਕੋਈ क्षमा ਕਰਨ ਵਾਲਾ ਹੁਕਮ ਆ ਖੁਦਾ ਦਾ। ਆਪਣੇ ਦੁਸ਼ਮਣ ਨੂੰ ਕੀ ਕਰ? ਮਾਫ ਕਰ। ਮੱਤੀ 5:7 ਪੜ੍ਹੋ ਕੇ ਲਿਖਿਆ ਹੈ। ਧੰਨ ਉਹ ਜਿਹੜੇ ਦਇਆਵਾਨ ਹਨ, ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ। ਮੇਰੇ ਭੈਣ ਭਰਾਓ, ਜਦ ਤੂੰ ਕਦੀ ਖਲੋ ਕੇ ਪ੍ਰਾਰਥਨਾ ਕਰੇ, ਜੇ ਤੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਗੱਲ ਆ ਤੇ क्षमा ਕਰ ਦੇ। ਦਇਆਵਾਨ ਮਨ ਦਇਆ ਕਰ। ਲਿਖਿਆ ਜਿਹੜਾ ਦਇਆ ਨਹੀਂ ਕਰਦਾ ਉਹਦਾ ਨਿਆਂ ਵੀ ਬਿਨਾਂ ਦਇਆ ਤੋਂ ਹੋਵੇਗਾ। ਦਇਆ ਨਹੀਂ ਕੀਤੀ ਜਾਏਗੀ ਬਹੁਤੇ ਲੋਕਾਂ ਤੇ। ਜਿਹੜਾ ਦਇਆਵਾਨ ਨਹੀਂ ਆ, ਬਾਈਬਲ ਕਹਿੰਦੀ ਉਹਦਾ ਨਿਆਂ ਵੀ ਬਿਨਾਂ ਦਇਆ ਤੋਂ ਹੋਵੇਗਾ। ਕਿੱਡੀ ਦਰਦ ਭਰੀ ਕਹਾਣੀ ਹੈ। ਤੁਹਾਡੇ 'ਚ ਬਹੁਤੇ ਲੋਕਾਂ ਅੰਦਰ ਦਇਆ ਨਹੀਂ ਹੁੰਦੀ। ਦਇਆ ਨਹੀਂ ਹੈ। ਇੱਕ ਯਿਸੂ ਮਸੀਹ ਦੇ ਅੰਦਰ ਹਮੇਸ਼ਾ ਦਇਆ ਰਹੀ ਦੂਜਿਆਂ ਦੇ ਪ੍ਰਤੀ। वचन ਨੂੰ ਅੰਦਰ ਰੱਖੀਏ। ਤੇ ਦਾਊਦ ਕੀ ਕਹਿੰਦਾ ਹੈ? ਖੁਦਾ ਤੇਰਾ ਕਲਾਮ ਮੈਂ ਆਪਣੇ ਦਿਲ ਅੰਦਰ ਕੀ ਕਰ ਲਿਆ ਹੈ?
जे अंदर कलाम होएगा तो क्षमा भी आएगी, जे अंदर कलाम होएगा तो दूजियां ते दया भी आएगी। जे तू बाइबल पढ़ेगा, बाइबल तेरे अंदर होएगी ते पाप तेरे चों बाहर होएगा। वचन नहीं अंदर ते पाप अंदर चल रहा है, वचन अंदर ते पाप सारे तेरे दिल चों बाहर है। यही तो कमजोरी है विश्वासी दी। प्रार्थना प्रभावशाली क्यों नहीं है? कारण की है? वर्त क्यों नहीं दुआ का जवाब आया? क्योंकि अंदर सिस्टम ठीक नहीं चल रहा। मेरे भैन भराओ, मैं तो यसु मसीह ने गल कही, ध्यान ना सुनिए, मैं होका दे के चला जाऊंगा। उन्हें उन्हें यहूदियों ने कहा जो वचन नहीं सी मानती, तुम अपने पाप में मरोगे। मैं तो प्रचार कर रहा, मेरा मैनू हुक्म लगा है प्रीच करना। मैं रोज दुआ करनी है, खुदा को कलाम मंगना, मैं की प्रचार करा प्रभु, मैनू दसो मैं की बोला, मैं केड़ी गल कहां चर्च जाके। खुदा कोई ना कोई वो लाइन मेरे मन च इको ही लाइन आती है, उस तो बाद सारा मैसेज अपने आप चल पाता। मेरे भैन भराओ, मसीह यसू विच मैं तो बेनती कर सकदा, जे तुसीं उहदे वचन च चलोगे तो तेरा खुदा तेनू सरफराज करेगा। जे तुसी मेरे विच रहो तो मेरियां गल्लां जो चाहो हो जाएगा। गल्लां आनियां कित्थों? गल्लां पढ़ांगे तो अंदर आनगियां, उतर गया। गल मैं सुनिया ही नहीं, पढ़िया ही नहीं, मैं कित्थों बोलूँगा? मेरे भैन भराओ, 55 साल राज करने तो बाद वो प्यो दादी की कब्र च क्यों नहीं गया? क्यों नहीं उन्होंने जगह मिली? घर च कदों फनाता गया? जे तुसीं बाइबल पढ़ोगे लगातार तुहानूं इदां दे किन्ने हादसे मिलणगे, तुहानूं पता लगे किस बंदे ने किहड़ी गलती की तो इनू उत्थे जगह क्यों नहीं मिली। इदां ही स्वर्ग च जगह नहीं मिलेगी बहुतियां नूं, इनू तो कब्र च नहीं मिली, बहुतियां नूं उहदे स्वर्ग च नहीं मिलेगी। क्यों? क्योंकि उन्हें हुक्म की पालना नहीं की संसार च। तेरे को कब्र भावें ना खोई जाए, लेकिन तू स्वर्ग नूं खो देगा। जिथे तू जान लई तेनू खुदा तैयार कर रहा, करना चाहता है, तू स्वर्ग खो देगा। तेरे कलाम दियां गल्लां दिंदिया, तेरे मिठा तेरे नाम दिया गल्लां, मिठे तेरे नाम दिया गल्लां, मिठे तेरे नाम दिया गल्लां, सच्ची जान दिया, तेरे कलाम ओ मिठा तेरे नाम गल्लां, मिठे तेरे नाम गल्लां, मिठा तेरे नाम, मिठे तेरे नाम नाम, सच्ची जान पाया, तेरे कलाम ओ तेरे कलाम। आमीन।